ਤੇ ਇਸ ਹਵੇਲੀ ਦੇ ਵਿੱਚ ਤੁਹਾਡੀਆਂ ਕਿੰਨੀਆਂ ਪੀੜ੍ਹੀਆਂ ਰਹੀਆਂ ਨੇ ਤੇ ਤੁਹਾਡੀ ਰਿਹਾਇਸ਼ ਜਿਹੜੀ ਆ ਕਦੋਂ ਤੋਂ ਉਧਰ ਦੂਸਰੀ ਸਾਈਡ ਹੋ ਗਈ? ਇਹ ਜੀ 1945 ਦੀ ਹੈ, ਭਾਰਤ ਆਜ਼ਾਦ ਹੋਣ ਤੋਂ ਥੋੜ੍ਹੇ ਚਿਰ ਪਹਿਲਾਂ ਦੀ। 30 ਸਾਲ ਤੱਕ ਮੈਂ ਇੱਥੇ ਰਿਹਾ। ਮੇਰਾ ਵਿਆਹ ਵੀ ਇਸੇ ਮਤਲਬ ਘਰ ਦੇ ਵਿੱਚ ਹੋਇਆ ਜੀ। ਰੌਣਕਾਂ ਬੜੀਆਂ ਹੁੰਦੀਆਂ। ਸਾਡਾ ਪਹਿਲਾਂ ਜਦੋਂ ਮੈਂ ਛੋਟਾ ਹੁੰਦਾ ਸੀਗਾ, ਜਿਵੇਂ 10 ਕੁ ਸਾਲ ਦਾ, ਮੈਨੂੰ ਚੰਗੀ ਤਰ੍ਹਾਂ ਚੇਤਾ, 10-12 ਸਾਲ ਦੇ ਬੱਚੇ ਨੂੰ ਕਾਫੀ ਚੇਤਾ ਹੁੰਦਾ, ਪੂਰਾ ਹੀ ਚੇਤਾ ਹੁੰਦਾ। ਅਤੇ ਉਦੋਂ ਸਾਡਾ ਸਾਂਝਾ ਪਰਿਵਾਰ ਹੁੰਦਾ ਸੀ। ਸਾਡੇ ਸਾਂਝੇ ਪਰਿਵਾਰ ਦੇ ਵਿੱਚ 10-12 ਜੀ ਹੁੰਦੇ ਸੀ। ਟੈਲੀਵਿਜ਼ਨਾਂ ਦੇ ਵੀ, ਅਤੇ ਇਹ ਤਾਂ ਹੈਗਾ ਟੈਲੀਵਿਜ਼ਨ ਦਾ ਲਾਇਸੈਂਸ। ਪਰ ਰੇਡੀਓ ਦਾ ਵੀ ਆ ਵੇਖੋ, ਰੇਡੀਓ ਟੈਲੀਵਿਜ਼ਨ ਅਬਲੀਕ ਅੰਗਰੇਜ਼ੀ 'ਚ ਵੀ ਲਿਖਿਆ, ਅਤੇ ਰੇਡੀਓ ਦੇ ਵੀ ਇਸੇ ਤਰ੍ਹਾਂ ਹੀ ਹੁੰਦੇ ਸੀ। ਇਹ ਜਿਹੜਾ ਘਰ ਦਾ ਸਾਡਾ ਰੇਡੀਓ ਨਾ, ਇਹ 2 ਵਾਰ ਮੈਂ ਵੀ ਲਾਇਸੈਂਸ ਰਿਨਿਊ ਕਰਾਉਂਦਾ ਰਿਹਾ, ਅਤੇ ਇਹ ਸਾਰਾ ਐਡਰੈਸ ਲੈ ਕੇ ਇਹ ਰਿਨਿਊ ਕਰਦੇ। ਪਹਿਲੇ ਟਾਈਮ ਦੇ ਵਿੱਚ ਜਦੋਂ ਰੇਡੀਓ ਰੱਖੇ ਜਾਂਦੇ ਸੀ ਤੇ ਉਹਦੇ ਲਈ ਲਾਇਸੈਂਸ ਬਣਾਉਣਾ ਪੈਂਦਾ ਸੀਗਾ ਤੇ ਉਹਨੂੰ ਰੀਨਿਊ ਵੀ ਕਰਵਾਉਣਾ ਪੈਂਦਾ ਸੀਗਾ। ਇਹ ਜੀ 15-18 ਫੁੱਟ ਡੂੰਘੀ ਖੂਹੀ ਹੈ। ਇਹ ਸਾਡੇ ਉੱਧਰਲੇ ਸਾਂਝੇ ਪਰਿਵਾਰ ਦੇ ਵਿੱਚ ਇਹ ਖੂਹੀ ਹੁੰਦੀ ਸੀਗੀ। ਇਸ ਤਰ੍ਹਾਂ ਇਹਦੇ 'ਚ ਇੱਕ ਡੋਲ ਹੁੰਦਾ ਸੀਗਾ, ਤੁਹਾਨੂੰ ਬਾਹਰ ਕੱਢ ਕੇ ਦੱਸਦੇ। ਇਹ ਜੀ ਕੁਛ ਸਮਾਨ ਤੁਹਾਨੂੰ ਉੱਧਰ ਜਾ ਕੇ ਦਿਖਾਵਾਂਗੇ। ਕੁਛ ਲੋਕਾਂ ਨੇ ਸਾੜਤਾ, ਸਿਰਫ ਉਹਦਾ ਲੋਹਾ ਤੇ ਜਾਂ ਪਿੱਤਲ ਕੱਢਣ ਦੀ ਬਾਬਤ। ਉਹਦੇ 'ਤੇ ਮੈਂ ਲਿਖਿਆ, ਉਹ ਜਿਹੜਾ ਸਮਾਨ ਸੀ ਉਹ ਆਪ ਮਤਲਬ ਆਪਣੇ ਨਾਲ ਗੱਲਾਂ ਕਰਦਾ ਵੀ ਮਾਲਕ ਮਾਪੇ ਚੇਤੇ ਆਮਣ ਜਿਨ੍ਹਾਂ ਰੀਝਾਂ ਨਾਲ ਬਣਾਇਆ, ਪਿੰਡੇ ਉੱਤੇ ਭਾਰ ਢੋਂਦਿਆਂ ਛਲਣੀ ਹੋ ਗਈ ਕਾਇਆ, ਅਗਲੀ ਪੀੜ੍ਹੀ ਕਦਰ ਨਾ ਜਾਣੀ, ਅੱਗ ਹਵਾਲੇ ਕੀਤਾ, ਅੱਧ ਸੜਿਆ ਮੈਂ ਧਾਹਾਂ ਮਾਰਾਂ, ਕਿਸੇ ਨਾਲ ਦਰਦ ਮੰਡਾਇਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੰਗਲਾ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ। ਤੇ ਅੱਜ ਤੁਹਾਨੂੰ ਲੈ ਕੇ ਆਈ ਹਾਂ ਮੋਗਾ ਦੇ ਪਿੰਡ ਘਰਿਆਲ ਵਿਖੇ, ਜਿੱਥੇ ਕਿ ਇੱਕ 1945 ਦੀ ਬਣੀ ਹੋਈ ਹਵੇਲੀ ਹੈ ਤੇ ਇਸ ਹਵੇਲੀ ਦੇ ਚੱਪੇ ਵਿੱਚੋਂ ਸੱਭਿਆਚਾਰ ਦੀ ਖੁਸ਼ਬੂ ਆਉਂਦੀ ਹੈ। ਦੱਸ ਦਈਏ ਕਿ ਅੱਜ ਤੁਹਾਨੂੰ ਇਸ ਹਵੇਲੀ ਦੀ ਸੈਰ ਵੀ ਕਰਵਾਵਾਂਗੇ, ਨਾਲ ਦੇ ਨਾਲ ਉਸ ਸ਼ਖਸ ਦੇ ਨਾਲ ਵੀ ਮਿਲਵਾਵਾਂਗੇ ਜਿਸ ਨੇ ਆਪਣੀ ਜੱਦੀ ਹਵੇਲੀ ਦੇ ਕੋਨੇ-ਕੋਨੇ ਵਿੱਚ ਪੰਜਾਬੀ ਸੱਭਿਆਚਾਰ ਨੂੰ ਸੰਜੋ ਕੇ ਰੱਖਿਆ ਹੈ। ਪਹਿਲਾਂ ਸੈਰ ਕਰਦੇ ਹਾਂ, ਫਿਰ ਗੱਲਬਾਤ ਕਰਾਉਂਦੇ ਹਾਂ ਉਸ ਸ਼ਖਸ ਦੇ ਨਾਲ। ਹੁਣ ਸਾਡੇ ਨਾਲ ਮੌਜੂਦ ਨੇ ਪਰਮਜੀਤ ਸਿੰਘ ਜੀ, ਜਿਨ੍ਹਾਂ ਨੇ ਸਾਰਾ ਕਾਰਜ ਆਪਣੇ ਹੱਥੀਂ ਕਰਿਆ ਹੈ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਉਹਨਾਂ ਦਾ। ਸਤਿ ਸ਼੍ਰੀ ਅਕਾਲ ਸਰ, ਸਵਾਗਤ ਹੈ ਤੁਹਾਡਾ ਰੰਗਲਾ ਟੀਵੀ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਵੀ ਚੈਨਲ ਵਾਲੇ ਸਾਰੇ ਵੀਰਾਂ ਦਾ, ਸਟਾਫ ਦਾ ਤੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਪੁੱਛਣਾ ਚਾਹਾਂਗੇ ਕਿ ਜਿਵੇਂ ਤੁਸੀਂ ਇਸ ਹਵੇਲੀ ਦੇ ਹਰ ਖੂੰਜੇ ਦੇ ਵਿੱਚ ਪੰਜਾਬੀ ਸੱਭਿਆਚਾਰ ਨੂੰ ਸੰਜੋ ਕੇ ਰੱਖਿਆ ਹੋਇਆ ਹੈ, ਇਸ ਚੀਜ਼ ਦੀ ਸ਼ੁਰੂਆਤ ਕਿੱਥੋਂ ਹੋਈ ਸੀ? ਕਦੋਂ ਤੁਹਾਨੂੰ ਲੱਗਾ ਕਿ ਤੁਸੀਂ ਇਸ ਕਾਰਜ ਨੂੰ ਜਿਹੜਾ ਹੈ ਸ਼ੁਰੂ ਕਰਨਾ ਹੈ ਤੇ ਸੰਪੂਰਨ ਕਰਨਾ ਹੈ? ਇਹ ਸ਼ੁਰੂਆਤ ਆ ਜੀ ਮੇਰੇ ਜੇ ਸਮਝੀ ਤਾਂ ਛੋਟੇ ਹੁੰਦੇ ਤੋਂ ਹੀ ਹੋ ਗਈ ਸੀ। ਜਦੋਂ ਮੈਂ ਘਰ ਦੀ ਆਪਦੀ ਵਿਰਾਸਤ ਘਰੇ ਸਾਂਭੀ ਅਤੇ ਸਾਡੇ ਘਰ ਦੀਆਂ ਕੋਈ ਚੀਜ਼ਾਂ ਮੈਨੂੰ ਚੰਗੀਆਂ ਲੱਗਦੀਆਂ ਸੀਗੀਆਂ। ਮੇਰੇ ਦਾਦਾ ਜੀ ਦੀਆਂ ਹੱਥੀਂ ਬਣਾਈਆਂ ਵੀਆਂ ਸੀਗੀਆਂ, ਅਤੇ ਜਦੋਂ ਕਿ ਮੇਰੇ ਦਾਦਾ ਜੀ ਤੋਂ ਮੈਂ ਦੇਖੇ ਨਹੀਂ ਗਏ, ਉਹ ਤਾਂ ਮੇਰੇ ਬਾਪ ਵੀ ਛੋਟੇ ਸੀ ਜਦੋਂ ਉਹਨਾਂ ਦੀ ਮੌਤ ਹੋ ਗਈ। ਪਰ ਮੈਨੂੰ ਉਹ ਚੀਜ਼ਾਂ ਨਾਲ ਮੋਹ ਸੀ ਅਤੇ ਮੈਨੂੰ ਇਸ ਤਰ੍ਹਾਂ ਆਪਦੇ ਦਾਦਾ ਜੀ ਨਾਲ ਵੀ ਮੋਹ ਪੈ ਗਿਆ। ਅਤੇ ਮੈਨੂੰ ਉਹਦਾ ਇੱਕ ਘਾਟ ਮਹਿਸੂਸ ਹੋਣੀ ਵੀ ਜੇ ਦਾਦਾ ਜੀ ਦੀ ਫੋਟੋ ਹੁੰਦੀ ਤਾਂ ਮੈਨੂੰ ਪਤਾ ਲੱਗਦਾ ਮੇਰੇ ਦਾਦਾ ਜੀ ਦਾ ਕਿਹੋ ਜਿਹਾ ਰੰਗ ਰੂਪ ਸੀ, ਕਿਸ ਤਰ੍ਹਾਂ ਸੀਗੇ। ਅਤੇ ਫਿਰ ਮੇਰੇ ਮਨ 'ਚ ਚਲੋ ਦਾਦਾ ਜੀ ਤੋਂ ਤਾਂ ਆਪਾਂ ਫੋਟੋ ਜਾਂ ਉਹਨਾਂ ਦੀ ਰੂਹ ਤਾਂ ਨਹੀਂ ਵੇਖ ਸਕਦੇ, ਅਤੇ ਪਰ ਚੀਜ਼ਾਂ 'ਚੋਂ ਮੈਨੂੰ ਇਸ ਤਰ੍ਹਾਂ ਉਹਨਾਂ ਦੀ ਛੋਹ ਪ੍ਰਾਪਤ ਹੋਣੀ ਵੀ ਇਹਨਾਂ ਦੇ ਹੱਥੀਂ ਬਣਾਈਆਂ, ਹੱਥੀਂ ਵਰਤੀਆਂ। ਅਤੇ ਇਸ ਕਰਕੇ ਮੈਂ ਚੀਜ਼ਾਂ ਸਾਂਭਦੇ ਨੇ ਜਦੋਂ ਥੋੜ੍ਹਾ ਜਿਹਾ ਸਮਾਂ ਲੰਘਿਆ, ਫਿਰ ਮੈਨੂੰ ਐਂ ਲੱਗਿਆ ਵੀ ਹੋਰ ਜਿਹੜੇ ਪਿੰਡ 'ਚ ਹੈ ਬਜ਼ੁਰਗ ਹੈ ਜਾਂ ਜਿਉਂਦੇ ਆ ਜਾਂ ਜਿਹੜੇ ਉਹ ਚੀਜ਼ਾਂ ਵਰਤਦੇ ਉਹ ਹੈ ਨਹੀਂ, ਅਤੇ ਉਹਨਾਂ ਦੀ ਯਾਦ ਵੀ ਸਾਂਭੀਏ ਵੀ ਕੱਲ੍ਹ ਨੂੰ ਜਿਹੜੇ ਬਜ਼ੁਰਗ ਹੈਗੇ ਆ ਜਿਵੇਂ 70-80 ਸਾਲ 90 ਸਾਲ ਦੇ ਸੀ ਵੀ ਇਹਨਾਂ ਨੇ ਵੀ ਨਹੀਂ ਰਹਿਣਾ, ਅਤੇ ਉਹ ਫਿਰ ਮੈਂ ਉਹਨਾਂ ਦੇ ਘਰਾਂ ਤੋਂ ਲਿਆ ਕੇ ਉਹਨਾਂ ਦੀਆਂ ਚੀਜ਼ਾਂ ਵੀ ਸਾਂਭੀਆਂ। ਬਸ ਫਿਰ ਥੋੜ੍ਹਾ ਜਿਹਾ ਸ਼ੌਕ ਪੈ ਗਿਆ ਇਸ ਗੱਲ ਨੂੰ। ਫਿਰ ਲੋਕ ਮੈਨੂੰ ਸਹਿਯੋਗ ਦੇਣ ਲੱਗ ਗਏ। ਜੇ ਕਿਸੇ ਦੇ ਘਰ ਚੀਜ਼ਾਂ ਹੋਣੀਆਂ ਉਹ ਆਪ ਕਹਿਣ ਲੱਗ ਗਏ ਵੀ ਸਾਡੀ ਇਹ ਚੀਜ਼ ਹੈਗੀ ਹੈ ਅਤੇ ਤੁਸੀਂ ਲੈ ਜਾਓ।
ਫਿਰ ਮੈਂ ਚੀਜ਼ ਲਿਆ ਕੇ ਉਸ ਬਜ਼ੁਰਗ ਦਾ ਜਿਨ੍ਹਾਂ ਨੇ ਉਹ ਬਣਾਈਆਂ ਜਾਂ ਉਹ ਵਰਤੀਆਂ ਜਾਂ ਸੰਦ ਵਰਤੇ ਆ, ਫਿਰ ਉਹਨਾਂ ਦੀ ਯਾਦ ਵਿੱਚ ਉਹਨਾਂ ਨਾਂ ਲਿਖ ਕੇ ਪਰਚੀ ਲਿਖ ਕੇ ਤੇ ਫਿਰ ਮੈਂ ਉਹ ਰੱਖਣ ਲੱਗ ਗਿਆ। ਹੁਣ ਜਦੋਂ ਉਹਨਾਂ ਦੇ ਪਰਿਵਾਰ ਆਉਂਦੇ, ਰਿਸ਼ਤੇਦਾਰ ਆਉਂਦੇ ਆ, ਉਹ ਆਮ ਹੀ ਦੱਸਦੇ ਆ ਬੱਚਿਆਂ ਨੂੰ ਆਹ ਸਾਡੇ ਵਿੱਚ ਬਜ਼ੁਰਗਾਂ ਦੀ ਵੀ ਆਹ ਚੀਜ਼ ਹੈਗੀ ਆ। ਹਾਂਜੀ, ਫਿਰ ਉਹ ਮਾਣ ਮਹਿਸੂਸ ਵੀ ਕਰਦੇ ਆ। ਤੇ ਨਾਲ ਇਹ ਸੀ ਵੀ ਜੇ ਉਹ ਆਪਣੇ ਚੀਜ਼ਾਂ ਨਾਲ ਜੁੜਨਗੇ ਤੇ ਆਪਦੇ ਵਿਰਸੇ ਨਾਲ ਜੁੜਨਗੇ, ਪੰਜਾਬ ਨਾਲ ਜੁੜਨਗੇ, ਆਪਦੀ ਮਿੱਟੀ ਨਾਲ ਜੁੜਨਗੇ, ਤੇ ਫਿਰ ਮਿੱਟੀ ਤੋਂ ਕਿਹਾ ਆਪਦੇ ਦੇਸ਼ ਨਾਲ ਵੀ ਜੁੜਨਗੇ। ਇਸ ਤਰ੍ਹਾਂ ਉਹਨਾਂ ਦੇ ਵਿੱਚ ਕੋਈ ਕੁਦਰਤੀ ਤੌਰ ਤੇ ਦੇਸ਼ ਪ੍ਰੇਮ ਵੀ ਜਜ਼ਬਾ ਆਊਗਾ। ਸੱਭਿਆਚਾਰ ਨਾਲ ਜੁੜਨਾ ਜ਼ਰੂਰੀ ਹੈ, ਕਿਉਂਕਿ ਸਾਡਾ ਸੱਭਿਆਚਾਰ ਹੀ ਸਾਡੀ ਪਹਿਚਾਣ। ਅਸੀਂ ਕਹਿੰਦੇ ਆ ਕਿ ਜੇਕਰ ਅਸੀਂ ਇਹ ਤੋਂ ਬੇਮੁਖ ਹੋ ਜਾਵਾਂਗੇ ਤਾਂ ਕਿਤੇ ਨਾ ਕਿਤੇ ਸਾਡੀ ਪਹਿਚਾਣ ਜਿਹੜੀ ਉਹ ਗੁੰਮਨਾਮ ਹੋ ਜਾਏਗੀ, ਹੈ ਨਾ, ਖੋ ਲਵਾਂਗੇ ਆਪਾਂ ਆਪਣੀ ਪਹਿਚਾਣ। ਸਰ, ਪੁੱਛਣਾ ਚਾਹਾਂਗੇ ਇਹ ਕਾਰਜ ਪੂਰਾ ਸੰਪੂਰਨ ਕਰਨ ਦੇ ਵਿੱਚ ਕਿੰਨਾ ਟਾਈਮ ਲੱਗ ਗਿਆ ਤੁਹਾਨੂੰ? ਇਹ ਜੀ ਜੇ ਆਪਾਂ ਕਹੀਏ ਸੰਪੂਰਨਤਾ ਅਜੇ ਵੀ ਨਹੀਂ ਹੋਇਆ ਜੀ। ਇਹ ਸ਼ਾਇਦ ਮੈਥੋਂ ਸਾਰੀ ਜ਼ਿੰਦਗੀ ਸੰਪੂਰਨਤਾ ਨਾ ਹੀ ਹੋਵੇ, ਕਿਉਂਕਿ ਖਜ਼ਾਨਾ, ਵਿਰਸੇ ਦਾ ਖਜ਼ਾਨਾ ਐਡਾ ਵੱਡਾ ਹੈ ਵੀ ਇਹਦੇ 'ਚ ਤਾਂ ਮਤਲਬ ਸਰਕਾਰਾਂ ਵੀ ਕਈ ਵਾਰ ਫੇਲ ਹੋ ਜਾਂਦੀਆਂ ਇਕੱਠਾ ਕਰਦੀਆਂ। ਤੇ ਚਲੋ ਜਿੰਨਾ ਮੈਂ ਇਹ ਕਰ ਸਕਦਾ ਉਹਨਾਂ ਕਰੀ ਜਾਂਦਾ, ਤੇ ਸਾਰੀ ਜ਼ਿੰਦਗੀ ਮੈਂ ਕਰਦਾ ਰਹੂੰਗਾ। ਤੇ ਮੈਨੂੰ 15 ਕੁ ਸਾਲ ਲਗਭਗ ਅੰਦਾਜ਼ਾ ਹੋ ਗਿਆ ਵੀ ਇਹ ਕਾਰਜ ਕਰਦੇ ਨੂੰ, ਤੇ ਜਿੰਨਾ ਚਿਰ ਪ੍ਰਮਾਤਮਾ ਨੇ ਮੇਰੇ ਸਵਾਸ ਬਖਸ਼ੇ, ਜਿੰਨਾ ਚਿਰ ਮੇਰੀ ਹਿੰਮਤ ਰਹੀ, ਤੇ ਮੈਂ ਇਹ ਕਰਦਾ ਰਹੂੰਗਾ ਜੀ। ਜਿਵੇਂ ਕਿ ਤੁਸੀਂ ਪੱਥਰ ਤੋਂ ਇੱਕ ਸ਼ੁਰੂਆਤ ਕੀਤੀ, ਤੁਹਾਨੂੰ ਪੱਥਰ ਮਿਲਿਆ, ਤੁਸੀਂ ਉਹਦੇ ਉੱਤੇ ਕਲਾ ਕਰਨੀ ਸ਼ੁਰੂ ਕੀਤੀ, ਤੇ ਉਸ ਤੋਂ ਬਾਅਦ ਤੁਸੀਂ ਇੱਕ ਮਿਊਜ਼ੀਅਮ ਬਣਾਇਆ, ਫਿਰ ਤੁਸੀਂ ਇੱਧਰ ਸੱਭਿਆਚਾਰਕ ਵਾਲੇ ਪਾਸੇ ਤੇ ਵੱਲ ਆ ਗਏ। ਤੇ ਜਦੋਂ ਤੁਹਾਨੂੰ ਪੱਥਰ ਮਿਲਿਆ ਸੀ, ਤੁਹਾਨੂੰ ਕੀ ਲੱਗਾ ਵੀ ਮੈਂ ਇਹਦੇ ਉੱਤੇ ਕੁਛ ਕਰਾਂ? ਕੀ ਚੇਟਕ ਆਈ ਸੀਗੀ ਮਨ 'ਚ? ਇਹ ਅਸਲ ਵਿੱਚ ਜਦੋਂ ਮੈਂ ਛੋਟਾ ਹੁੰਦਾ ਸੀ ਨਾ, ਮੇਰੇ ਮਨ 'ਚ ਉਦੋਂ ਵੀ ਹੁੰਦੀ ਸੀ ਇੱਕ ਕਲਾਕਾਰੀ। ਉਦੋਂ ਮੈਂ ਆਪਦੇ ਪਰਿਵਾਰ ਦੀਆਂ ਬਲੈਕ ਐਂਡ ਵਾਈਟ ਫੋਟੋ ਹੁੰਦੀਆਂ ਸੀਗੀਆਂ, ਤੇ ਉਹ ਮੈਂ ਕੋਠੇ 'ਤੇ ਲੈ ਕੇ ਬਹਿ ਜਾਣੀ ਜਦੋਂ ਮੈਂ ਜਾਣੀ ਚੌਥੀ ਕਿ ਪੰਜਵੀਂ ਤੱਕ ਸੀ, ਜਿਹੜੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਤੇ ਉਹ ਮੈਂ ਵੇਖ ਕੇ ਜਦੋਂ ਕਾਗਜ਼ ਦੇ ਉੱਤੇ ਕਾਪੀ 'ਤੇ ਬਣਾਉਣੀਆਂ, ਸਾਫ਼ ਸਫੈਦ ਕਾਗਜ਼ 'ਤੇ, ਪਰ ਉਹ ਮੈਥੋਂ ਬਣਨੀਆਂ ਨਾ। ਫਿਰ ਕਰਦਿਆਂ ਤੇ ਮੈਥੋਂ ਭਗਤ ਸਿੰਘ ਦੀ ਇੱਕ ਫੋਟੋ ਬੜੀ ਵਧੀਆ ਬਣੀ। ਫਿਰ ਉਹ ਸਾਰਿਆਂ ਨੇ, ਸਾਡੇ ਰਿਸ਼ਤੇਦਾਰਾਂ ਨੇ, ਸਾਡੇ ਸਲਾਉਂਦੇ ਰਹੇ, ਕਾਰੀਗਰ ਰੱਖੀ ਮੈਂ ਘਰੇ। ਤੇ ਪਰ ਪਤਾ ਨਹੀਂ, ਮੈਨੂੰ ਸਮਝ ਨਹੀਂ ਆਈ ਵੀ ਉਹ ਮੈਥੋਂ ਫਿਰ ਕਿੱਧਰ ਗੁੰਮ ਗਈ, ਜਾਂ ਕੋਈ ਲੈ ਗਿਆ ਵਿਖਾਉਣ ਦਾ ਮਾਰਾ, ਤੇ ਵਾਪਸ ਵੀ ਨਹੀਂ ਆਈ। ਫਿਰ ਉਹ ਚਲੋ ਸ਼ੌਕ ਜਿਹਾ ਉੱਥੇ ਜੇ ਫਿਰ ਮੇਰਾ ਸਮਾਪਤ ਹੋ ਗਿਆ। ਉਦੋਂ ਬਾਅਦ ਫਿਰ ਕਾਫੀ ਚਿਰ ਬਾਅਦ ਜਦੋਂ ਅਸੀਂ ਇਹ ਘਰ ਪਾਇਆ, ਪਹਿਲਾ ਜਿਹੜਾ ਆਪਾਂ ਦੇਖ ਕੇ ਜਿੱਥੇ ਦੂਸਰਾ ਮਿਊਜ਼ੀਅਮ ਹੈ, ਉਹਦੇ ਵਿੱਚ ਇੱਕ ਪੱਥਰ ਆ ਗਿਆ। ਉਹ ਚਿੱਟੇ ਰੰਗ ਦਾ ਬੜਾ ਸੋਹਣਾ ਪੱਥਰ ਸੀ, ਤੁਹਾਨੂੰ ਦਿਖਾਵਾਂਗੇ ਜਾ ਕੇ। ਤੇ ਫਿਰ ਉੱਥੋਂ ਮੈਨੂੰ ਉਹ ਕੁਦਰਤ ਨਾਲ ਪ੍ਰੇਮ ਕਰਕੇ ਮੈਨੂੰ ਐਂ ਲੱਗਦਾ ਹੁੰਦਾ ਕੁਦਰਤ ਵਿੱਚ ਜੋ ਕਣ ਦੇ ਵਿੱਚ ਵੀ ਭਗਵਾਨ ਵਸਿਆ। ਇਹਦੇ 'ਚ ਕੋਈ ਰੰਗ ਰੂਪ ਹੈ, ਜਿਵੇਂ ਬੱਦਲਾਂ 'ਚ ਵੀ ਹੈ, ਕੋਈ ਪਾਣੀ ਡੁੱਲੇ 'ਚ ਵੀ ਹੈ, ਕੋਈ ਆਹ ਕੰਧ 'ਤੇ ਤੁਸੀਂ ਪਲਾਸਟਰ ਕੀਤਾ ਹੈ, ਇਹਦੇ 'ਚ ਵੀ ਆ ਤੁਹਾਨੂੰ ਦੱਸੀ ਤਾਂ ਸਾਰੇ ਰੂਪ ਛੁਪੇ ਹੁੰਦੇ। ਫਿਰ ਉਹਦੇ 'ਚ ਮੈਂ ਉਹ 'ਤੇ ਲਕੀਰਾਂ ਵਾਹੀਆਂ, ਤੇ ਉਹਨੇ ਇੱਕ ਆਦਮੀ ਮਨੁੱਖ ਦਾ ਰੂਪ ਲੈ ਲਿਆ। ਉਹ ਜਿਸ ਤਰ੍ਹਾਂ ਪੰਡਤ ਹੀ ਹੁੰਦੇ, ਫਿਰ ਮੈਂ ਉਹਦੇ ਕੰਨਾਂ 'ਚ ਤੁੰਗਲ ਪਾਤੇ। ਬਸ ਉੱਥੋਂ ਫਿਰ ਮੈਨੂੰ ਉਹ ਕਲਾਕਾਰ ਮੇਰੇ ਦੁਬਾਰਾ ਉਹ ਜਾਣੀ 25-30 ਸਾਲਾਂ ਬਾਅਦ ਦੁਬਾਰਾ ਉਹ ਉਜਾਗਰ ਹੋ ਗਿਆ। ਬਸ ਫਿਰ ਉੱਥੋਂ ਮੈਂ ਪੱਥਰਾਂ 'ਤੇ ਲੱਗ ਗਿਆ, ਤੇ ਪੱਥਰਾਂ ਤੋਂ ਫਿਰ ਨਾਲ ਹੀ ਉਹ ਫਿਰ ਮੈਂ ਲੱਕੜਾਂ 'ਤੇ ਵੀ ਇਸ ਤਰ੍ਹਾਂ ਜਦੋਂ ਦੇਖਣਾ ਵੀ ਲੱਕੜਾਂ ਦੇ ਵਿੱਚ ਵੀ ਬਾਲਣ ਦੇ ਵਿੱਚ ਵੀ ਆਹ ਚੀਜ਼ ਦਾ ਇਸ ਤਰ੍ਹਾਂ ਰੂਪ, ਫਿਰ ਮੈਂ ਉਹ ਲੱਕੜਾਂ 'ਤੇ ਬਣਾਉਣ ਲੱਗ ਗਿਆ। ਤੇ ਉਸ ਤੋਂ ਮੇਰਾ ਕੰਮ ਮਤਲਬ ਵਧੀ ਗਿਆ, ਤੇ ਫਿਰ ਉਹ ਕਲਾਕਾਰ ਮੇਰਾ ਅਸਲ ਵਿੱਚ ਉੱਥੋਂ ਫਿਰ ਪੂਰਨ ਰੂਪ ਵਿੱਚ ਜਾਣੀ ਉਜਾਗਰ ਹੋ ਗਿਆ। ਮਿਊਜ਼ੀਅਮ ਵੀ ਦਿਖਾਵਾਂਗੇ, ਪਹਿਲਾਂ ਇੱਥੋਂ ਦੀ ਗੱਲਬਾਤ ਕਰ ਲੈਂਦੇ ਹਾਂ ਕਿ ਜਿਹੜੇ ਆ ਸਾਰੀਆਂ ਚੀਜ਼ਾਂ ਤੁਸੀਂ ਇਕੱਠੀਆਂ ਕੀਤੀਆਂ, ਦੱਸਿਆ ਕਿ ਤੁਸੀਂ ਇੱਧਰੋਂ ਉੱਧਰੋਂ ਕੋਈ ਦੂਰੋਂ ਵੀ ਕੋਈ ਚੀਜ਼ ਲਿਆਂਦੀ ਹੈ ਪੰਜਾਬੀ ਸੱਭਿਆਚਾਰ ਨਾਲ ਜੁੜੀ ਹੋਈ? ਹਾਂਜੀ, ਦੂਰੋਂ ਜਿਵੇਂ ਇੱਥੋਂ ਫਿਰੋਜ਼ਪੁਰ ਜ਼ਿਲ੍ਹੇ 'ਚੋਂ, ਤੇ ਇੱਧਰ ਭਗਤੇਲ ਸੁਖਾਨੰਦ ਤੋਂ, ਇੱਧਰ ਭਿੰਡਰਾਂ ਤੋਂ, ਸਾਡੇ ਇਲਾਕੇ 'ਚੋਂ 25, 30, 40, 50 ਮੀਲ ਤਾਈਂ ਇਸ ਤਰ੍ਹਾਂ ਅਸੀਂ ਜਾ ਕੇ ਲੈ ਆਉਣੇ। ਹਾਂਜੀ, ਉੱਧਰ ਪਿੰਡ ਸਕੂਰ ਆ, ਉੱਧਰ ਸਾਡੀ ਰਿਸ਼ਤੇਦਾਰੀ ਵੀ ਹੈ, ਤੇ ਇਸ ਤਰ੍ਹਾਂ ਕਾਫੀ ਦੂਰੋਂ ਚੀਜ਼ਾਂ ਲੈ ਆਉਣੇ, ਦੂਜੇ ਜ਼ਿਲ੍ਹਿਆਂ 'ਚ ਵੀ ਲੈ ਆਉਣੇ। ਜਿੱਥੇ ਸਾਨੂੰ ਹੁਣ ਦੱਸ ਪਵੇ ਵੀ ਜੇ ਇੱਥੋਂ ਕਹਿੰਦੇ ਬਠਿੰਡੇ ਵੱਲ ਵੀ ਕੋਈ ਹੈਗੀ ਹੈ ਜਾਂ ਹੋਰ ਸੰਗਰੂਰ ਵੱਲ ਹੈਗੀ ਹੈ, ਤੇ ਅਸੀਂ ਉੱਥੇ ਵੀ ਜਾਣ ਨੂੰ ਤਿਆਰ ਹਾਂ, ਪਰ ਸਾਨੂੰ ਕੋਈ ਇਸ ਤਰ੍ਹਾਂ ਕੋਈ ਚੀਜ਼ ਵਧੀਆ ਮਿਲੇ ਵੀ ਜਿਹੜੀ ਵਿਰਸੇ 'ਚ ਸਾਡੇ ਨਾ ਹੋਵੇ। ਹਾਂਜੀ, ਤੇ ਕੁਝ ਚੀਜ਼ਾਂ ਦੀ ਤੁਸੀਂ ਕੀਮਤ ਵੀ ਦਿੱਤੀ ਹੈ ਨਾ, ਖਰੀਦਣੀਆਂ ਵੀ ਪਈਆਂ ਆ, ਉਹਦੇ ਬਾਰੇ ਦੱਸੋ। ਉਹ ਵੇਖੋ ਜੀ, ਕੁਛ ਤਾਂ ਚੀਜ਼ਾਂ ਜਿਹੜੀਆਂ ਆਹ ਆਪਾਂ ਸੰਦ ਹੈ, ਇਸ ਤਰ੍ਹਾਂ ਕੁਛ ਚੀਜ਼ਾਂ ਜਿਵੇਂ ਰੇਡੀਓ ਹੈ, ਇਹ ਸਾਨੂੰ ਫ੍ਰੀ ਵੀ ਮਿਲੇ। ਜਿਵੇਂ ਉਹ ਗੱਡੀ ਹੈ, ਕੁਛ ਸਾਊਂਡ ਸਿਸਟਮ ਹੈ, ਜਾਂ ਕੋਈ ਪਿੱਤਲ ਦੇ ਭਾਂਡੇ ਹੈ, ਇਹ ਹੁਣ ਹਰ ਇੱਕ ਨੂੰ ਦੇਣ ਨੂੰ ਜੀਵ ਨਹੀਂ ਕਰਦਾ। ਜੇ ਹੁਣ ਆਪਣਾ 5-7 ਕਿਲੋ ਦੀ ਬਟੋਈ ਹੈ, ਤੇ ਉਹ 1000-1500 ਦੀ ਹੈ, ਤੇ ਕੋਈ ਨਹੀਂ ਦੇ ਸਕਦਾ, ਪਰ ਅਸੀਂ ਉਹ ਕੀਮਤ ਦੇ ਕੇ ਲੈ ਆਉਣੇ। ਤੇ ਇਸ ਤਰ੍ਹਾਂ ਮੁੱਲ ਵੀ ਚੀਜ਼ ਲਿਆਉਣੀ ਪੈਂਦੀ, ਪਰ ਸਾਨੂੰ ਫਿਰ ਵੀ ਚਾਅ ਹੁੰਦਾ, ਸਾਨੂੰ ਉਹ ਚੀਜ਼ ਮੁੱਲ ਨਹੀਂ ਲੱਗਦੀ, ਸਾਨੂੰ ਇਸ ਤਰ੍ਹਾਂ ਤੋਹਫਾ ਹੀ ਲੱਗਦਾ ਜੇ ਕੋਈ ਸਾਨੂੰ ਫਿਰ ਵੀ ਦੇ ਦਿੰਦਾ ਤਾਂ। ਪਿਆਰ ਅੱਗੇ ਕੀਮਤ ਘਟ ਜਾਂਦੀ ਹੈ, ਹੈ ਨਾ? ਹਾਂਜੀ, ਬਿਲਕੁਲ ਘਟ ਜਾਂਦੀ ਹੈ। ਅਸੀਂ ਉਹਨਾਂ ਦਾ ਸ਼ੁਕਰਾਨਾ ਉਸੇ ਤਰ੍ਹਾਂ ਹੀ ਕਰਦੇ ਹਾਂ। ਜੇਕਰ ਹਵੇਲੀ ਦੀ ਗੱਲ ਕਰੀਏ ਕਿ 1945 ਦੀ ਬਣੀ ਹੋਈ ਹੈ ਨਾ, ਵੰਡ ਤੋਂ ਪਹਿਲਾਂ ਦੀ, ਅੰਗਰੇਜ਼ਾਂ ਦੇ ਟਾਈਮ ਦੀ ਅਸੀਂ ਕਹਿ ਸਕਦੇ ਹਾਂ, ਇਹ ਹਵੇਲੀ ਪਹਿਲਾਂ ਵੀ ਇਸੇ ਤਰ੍ਹਾਂ ਦੀ ਸੀਗੀ? ਹਾਂ, ਪਹਿਲਾਂ ਜਿਹੜਾ ਤੁਸੀਂ ਬਾਹਰ ਵੇਣੇ ਐਂਟਰੀ ਕਰਦੇ ਆ, ਇਹ ਇਸੇ ਤਰ੍ਹਾਂ ਹੀ ਸੀ। ਇੱਥੋਂ ਜਿੱਥੇ ਆਪਾਂ ਬੈਠੇ ਆ, ਇੱਥੇ ਇੱਕ ਵੱਡਾ ਕਮਰਾ ਹੁੰਦਾ ਸੀ, ਉਹਨੂੰ ਸਵਾਤ ਕਹਿੰਦੇ ਸੀ, ਤੇ ਬਾਕੀ ਇਸ ਤਰ੍ਹਾਂ ਕਮਰੇ ਦੂਜੇ ਇਸ ਤਰ੍ਹਾਂ ਹੀ ਸੀਗੇ ਜੀ। ਹਾਂ, ਚੁੱਲ੍ਹਾ ਚੌਂਤਾ ਜਿਹੜਾ ਤੁਸੀਂ ਦੇਖਦੇ ਆ, ਇਹ ਕੰਧੋਲੀ ਤਾਂ ਬਾਅਦ 'ਚ ਬਣੀ ਹੈ, ਪਰ ਪਹਿਲਾਂ ਇਸ ਤਰ੍ਹਾਂ ਇਹ ਹੂ ਇਸੇ ਤਰ੍ਹਾਂ ਹੀ ਹੁੰਦਾ ਸੀਗਾ ਇੱਥੇ।
ਹਾਂਜੀ। ਜਿਹੜਾ ਚੌਂਕਾ ਤੁਸੀਂ ਬਣਾਇਆ ਇਹ ਪਹਿਲੇ ਇਸੇ ਤਰ੍ਹਾਂ ਦਾ ਸੀਗਾ? ਇਹ ਪਹਿਲਾਂ ਮਤਲਬ ਇਹ ਬਣਾਇਆ ਨਵਾਂ ਹੈ, ਪਰ ਹੁੰਦਾ ਇਸੇ ਤਰ੍ਹਾਂ ਹੀ ਸੀ। ਹਾਂ, ਇਹਦੇ 'ਚ ਕੋਈ ਤਬਦੀਲੀ ਨਹੀਂ ਕੀਤੀ, ਇਹ ਪਹਿਲਾਂ ਹੀ ਹੂ ਬਹੂ ਜੋ। ਜਾਂ ਉਹਨੂੰ ਸਵਾਰ ਕੇ ਬਣਾ ਦਿੱਤਾ ਪਰ ਬਣਿਆ ਉਹੀ ਆ, ਉਹਨੂੰ ਹੀ ਬਣਾ ਲਿਆ? ਹਾਂਜੀ ਹਾਂਜੀ। ਇਹ ਕਲਾਕ੍ਰਿਤੀਆਂ ਜਿਹੜੀਆਂ ਉੱਤੇ ਕੀਤੀਆਂ ਹੋਈਆਂ ਨੇ ਤੁਸੀਂ ਆਪ ਕੀਤੀਆਂ ਹੋਈਆਂ? ਹਾਂਜੀ, ਇਹ ਸਾਰਾ ਕਲਾਕ੍ਰਿਤੀਆਂ ਜੋ ਵੀ ਕੁਛ ਹੈ ਇਹ ਮੇਰੇ ਆਪਦੇ ਹੱਥਾਂ ਦੀ ਮਿਹਨਤ ਹੈ ਜੀ। ਇਹ 'ਚ ਮੈਂ ਮਤਲਬ ਕਿਰਾਏ 'ਤੇ ਜਾਂ ਕਿਤੇ ਠੇਕੇ 'ਤੇ ਸਿਸਟਮ 'ਤੇ ਮੇਰਾ ਬਹੁਤ ਘੱਟ ਹੈ। ਚਲੋ ਜਿਹੜਾ ਕੋਈ ਮਿਸਤਰੀ ਨੂੰ ਕੰਮ ਕਰਨਾ ਪੈਂਦਾ, ਜਿਵੇਂ ਕੰਧਾਂ ਕੱਢਣ ਦਾ ਕੋਈ ਹੋਰ, ਤਾਂ ਉਹ ਤਾਂ ਉਹਨਾਂ ਨੇ ਕਰਨਾ ਹੀ ਹੈ, ਅਤੇ ਬਾਕੀ ਦੂਜਾ ਸਾਰਾ ਇਹ ਮੇਰੀ ਆਪਦੀ ਮਿਹਨਤ ਹੁੰਦੀ ਹੈ ਜੀ। ਬਹੁਤ ਵਧੀਆ ਗੱਲ ਹੈ, ਅਸੀਂ ਤੁਹਾਨੂੰ ਵਧਾਈ ਦਿੰਦੇ ਹਾਂ ਕਿ ਤੁਸੀਂ ਇੰਨਾ ਵਧੀਆ ਜਿਹੜਾ ਉਹ ਕਾਰਜ ਕਰ ਰਹੇ ਹੋ, ਹੈ ਨਾ। ਸੱਭਿਆਚਾਰ ਨੂੰ ਜਿਹੜਾ ਹੈਗਾ ਅੱਗੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਜਿਹੜਾ ਹੈਗਾ ਰੱਖ ਰਹੇ ਹੋ, ਉਹਨਾਂ ਨੂੰ ਦਿਖਾਉਣ ਦੇ ਲਈ। ਅਤੇ ਇਸ ਹਵੇਲੀ ਦੇ ਵਿੱਚ ਤੁਹਾਡੀਆਂ ਕਿੰਨੀਆਂ ਪੀੜ੍ਹੀਆਂ ਰਹੀਆਂ ਨੇ ਅਤੇ ਤੁਹਾਡੀ ਰਿਹਾਇਸ਼ ਜਿਹੜੀ ਆ ਕਦੋਂ ਤੋਂ ਉੱਧਰ ਦੂਸਰੀ ਸਾਈਡ ਹੋ ਗਈ ਹੈ? ਇਹ ਜੀ 1945 ਦੀ ਹੈ, ਭਾਰਤ ਆਜ਼ਾਦ ਹੋਣ ਤੋਂ ਥੋੜ੍ਹੇ ਚਿਰ ਪਹਿਲਾਂ ਦੀ। ਅਤੇ ਦਾਦਾ ਜੀ ਤਾਂ ਸਾਡੀ ਬਹੁਤ ਕਾਫੀ ਚਿਰ ਦੀ ਪੁਰਾਣੀ ਮੌਤ ਹੋਈ, ਜਦੋਂ ਮੇਰੇ ਬਾਪ ਵੀ 3-4 ਮਹੀਨਿਆਂ ਦੇ ਸੀ। ਇੱਕ ਮੇਰੇ ਬਾਪ ਦੀ ਇੱਥੇ ਪੀੜ੍ਹੀ ਲੰਘੀ ਹੈ, ਮੇਰੇ ਤਾਇਆ ਜੀ ਦੀ ਲੰਘੀ ਹੈ, ਅਤੇ ਉਹ ਤਾਂ ਪੀੜ੍ਹੀ ਇੱਕ ਹੀ ਹੋ ਗਈ, ਅਤੇ ਗਾਂ ਇੱਕ ਸਾਡੀ ਪੀੜ੍ਹੀ ਲੰਘੀ ਹੈ ਜੀ। ਤੁਸੀਂ ਬਚਪਨ ਹੰਢਾਇਆ ਹੋਇਆ ਆਪਣਾ ਇੱਥੇ? ਪੂਰਾ ਬਚਪਨ ਇੱਥੇ ਹੰਢਾਇਆ ਜੀ। ਉਦੋਂ ਕਿੱਦਾਂ ਦੀਆਂ ਰੌਣਕਾਂ ਹੁੰਦੀਆਂ ਸੀਗੀਆਂ? ਅਤੇ 30 ਸਾਲ ਤੱਕ ਮੈਂ ਇੱਥੇ ਰਿਹਾ। ਮੇਰਾ ਵਿਆਹ ਵੀ ਇਸੇ ਮਤਲਬ ਘਰ ਦੇ ਵਿੱਚ ਹੋਇਆ ਜੀ। ਰੌਣਕਾਂ ਬੜੀਆਂ ਹੁੰਦੀਆਂ। ਸਾਡਾ ਪਹਿਲਾਂ ਜਦੋਂ ਮੈਂ ਛੋਟਾ ਹੁੰਦਾ ਸੀਗਾ, ਜਿਵੇਂ 10 ਕੁ ਸਾਲ ਦਾ, ਮੈਨੂੰ ਚੰਗੀ ਤਰ੍ਹਾਂ ਚੇਤਾ, 10-12 ਸਾਲ ਦੇ ਬੱਚੇ ਨੂੰ ਕਾਫੀ ਚੇਤਾ ਹੁੰਦਾ, ਪੂਰਾ ਚੇਤਾ ਹੁੰਦਾ। ਅਤੇ ਉਦੋਂ ਸਾਡਾ ਸਾਂਝਾ ਪਰਿਵਾਰ ਹੁੰਦਾ ਸੀ। ਸਾਡੇ ਸਾਂਝੇ ਪਰਿਵਾਰ ਦੇ ਵਿੱਚ 10-12 ਜੀ ਹੁੰਦੇ ਸੀ, 3-4 ਕਾਮੇ ਹੁੰਦੇ ਸੀ ਸਾਡੇ, ਜਿਵੇਂ ਗਾਂ ਪਸ਼ੂ ਹੁੰਦੇ ਸੀ, ਬਲਦ, ਬੋਤੀ ਵੀ ਹੁੰਦੀ ਸੀ, ਅਤੇ ਇਸ ਤਰ੍ਹਾਂ ਮੱਝਾਂ ਸਾਡੇ ਕਾਫੀ ਹੁੰਦੀਆਂ ਸੀ। ਇੱਧਰ ਨੂੰ ਸਾਡਾ ਵੱਡਾ ਘਰ ਸੀ ਪਹਿਲਾਂ, ਫਿਰ ਸਾਡੇ ਤਾਇਆ ਜੀ ਤੋਂ ਫਿਰ ਅੱਡ ਤਾਂ ਹੋਣਾ ਹੀ ਪੈਂਦਾ, ਗਾਂ ਪੀੜ੍ਹੀ ਦਰ ਪੀੜ੍ਹੀ ਹੋਣਾ ਪੈਂਦਾ। ਫਿਰ ਸਾਨੂੰ ਇਹ ਆਹ ਹਵੇਲੀ ਵਾਲਾ ਘਰ ਮੇਰੇ ਬਾਪ ਨੂੰ ਆ ਗਿਆ, ਉੱਧਰਲਾ ਮੇਰੇ ਤਾਏ ਦੇ ਲੜਕੇ ਨੂੰ ਆ ਗਿਆ। ਉਹ ਸਾਡੀ ਖੂਹੀ ਵੀ ਉਸੇ ਤਰ੍ਹਾਂ ਘਰ ਦੇ ਵਿੱਚ ਹੁੰਦੀ ਸੀ, ਪਸ਼ੂਆਂ 'ਤੇ ਮਸ਼ੀਨ ਲੱਗੀ ਹੁੰਦੀ ਪੱਠੇ ਕੁੱਤਣ ਵਾਲੀ, ਅਤੇ ਇਸੇ ਤਰ੍ਹਾਂ ਫਿਰ ਮੈਂ ਉਸੇ ਖੂਹੀ ਦੀ ਯਾਦ ਇੱਥੇ ਬਣਾਈ ਹੈ। ਹਾਂਜੀ, ਅਤੇ ਜੇ ਇਹ ਘਰ ਥੋੜ੍ਹਾ ਛੋਟਾ, ਜੇ ਘਰ ਵੱਡਾ ਹੁੰਦਾ ਅਤੇ ਉਸੇ ਤਰ੍ਹਾਂ ਮੈਂ ਉਹ ਮਸ਼ੀਨ ਵੀ ਪੱਠੇ ਕੁੱਤਣ ਵਾਲੀ ਬਣਾਉਣੀ ਸੀ। ਮੈਂ ਤੂੜੀ ਦੇ ਕੁੱਪ ਜਾਂ ਜੋ ਸਾਡੇ ਤੰਦੂਰ ਹੁੰਦਾ ਸੀ ਘਰੇ, ਉਹ ਸਾਰਾ ਕੁਛ ਹੀ ਬਣਾਉਣਾ। ਸ਼ਾਇਦ ਹੁਣ ਵੀ ਕਿਤੇ ਨਾ ਕਿਤੇ ਮੈਂ ਇਹਨੂੰ ਮਤਲਬ ਫੋਲਡ ਕਰਕੇ ਕਿਸ ਹਿਸਾਬ ਨਾਲ, ਅਤੇ ਮੈਂ ਉਹ ਹੁਣ ਵੀ ਬਣਾਵਾਂ ਜੀ। ਜਦੋਂ ਤੁਸੀਂ ਇਹਨੂੰ 1945 ਦੀ ਹਵੇਲੀ ਬਣੀ ਹੋਈ ਹੈ, ਉਹਨੂੰ ਹਾਲੇ ਤੱਕ ਸਾਂਭ ਕੇ ਰੱਖਿਆ ਹੈ ਨਾ, ਅਤੇ ਹੋਰ ਵੀ ਇੱਦਾਂ ਦੀਆਂ ਪਿੰਡ ਵਿੱਚ ਹਵੇਲੀਆਂ ਹੈਗੀਆਂ ਨੇ? ਨਹੀਂ ਜੀ, ਪਹਿਲਾਂ ਹੁੰਦੇ ਸੀ ਦਲਾਨ ਤਕਰੀਬਨ ਆਮ ਘਰਾਂ 'ਚ ਹੀ ਹੁੰਦੇ ਸੀ, ਪਰ ਉਹ ਅਸਲ ਵਿੱਚ ਹੋਂਦ ਪਹਿਲੀ ਹੈ ਨਹੀਂ। ਐਵੇਂ ਟਾਵੇਂ ਘਰ 'ਚ ਸ਼ਾਇਦ ਵੀ 2-4 ਦਲਾਨ ਹੋਣ ਜੇ ਆਪਾਂ ਪਿੰਡ ਦੇ ਵਿੱਚ ਤੁਰ ਫਿਰ ਕੇ ਵੇਖੀਏ ਤਾਂ, ਅਤੇ ਜ਼ਿਆਦਾਤਰ ਹੈ ਨਹੀਂ ਜੀ। ਜ਼ਿਆਦਾਤਰ ਲੋਕਾਂ ਨੇ ਖਤਮ ਕਰ ਦਿੱਤੇ ਨੇ। ਹਾਂਜੀ, ਉਹ ਦਲਾਨ ਢਾਹ ਕੇ ਉੱਥੇ ਕਿਸੇ ਨੇ ਆਪਣੇ ਉਸੇ ਹਿਸਾਬ ਨਾਲ ਕਮਰੇ ਬਣਾ ਲਏ, ਅਤੇ ਜਾਂ ਮੂਹਰੋਂ ਖੁੱਲ੍ਹਾ ਰੱਖ ਲਿਆ, ਮਗਰ ਕਮਰੇ ਬਣਾ ਲਏ, ਕੋਠੀਆਂ ਬਣਾ ਲਈਆਂ ਜੀ। ਹੁਣ ਉਹ ਜਿਹੜੀਆਂ ਪਹਿਲੀਆਂ ਸਬਾਤਾਂ ਸੀ ਉਹ ਸਾਰੀਆਂ ਢਾਹ ਢੋਈਆ ਹੋ ਗਿਆ ਉਹਨਾਂ ਦਾ ਜੀ। ਕਿ ਇੱਥੇ ਤੁਹਾਡੇ ਕੋਲ ਇੱਕ ਜਿਹੜੀ ਹੈ ਕੱਪੜੇ ਬਣਾਉਣ ਵਾਲੀ ਮਸ਼ੀਨ ਅਤੇ ਉਹਦੇ ਪਾਰਟਸ ਵੀ ਪੁਰਜੇ ਵੀ ਪਏ ਹੋਏ ਨੇ, ਅਤੇ ਉਹ ਮਸ਼ੀਨ ਨੂੰ ਕੀ ਕਹਿੰਦੇ ਆ ਉਹ ਪੁੱਛਣਾ ਚਾਹਾਂਗੇ, ਅਤੇ ਉਹਦਾ ਇਸਤੇਮਾਲ ਕਿੱਦਾਂ ਹੁੰਦਾ ਸੀਗਾ, ਉਹ ਤੁਹਾਨੂੰ ਦਿਖਾਉਂਦੇ ਵੀ ਆ ਸੀ? ਇੱਕ ਤਾਂ ਕੱਪੜੇ ਸਿਉਣ ਵਾਲੀ ਮਸ਼ੀਨ ਉੱਧਰ ਹੈ, ਇੱਕ ਦਾਤੀਆਂ ਦੇ ਦੰਦੇ ਕੱਢਣ ਵਾਲੀ ਇੱਧਰ ਮਸ਼ੀਨ ਹੈ ਜੀ, ਅਤੇ ਬਾਕੀ ਗੱਡੇ ਦਾ ਸਪੇਅਰ ਪਾਰਟ ਹੈ। ਤੁਸੀਂ ਜਿਹੜੀ ਮਤਲਬ ਦੱਸੋਗੇ ਉਹ ਤੁਹਾਨੂੰ ਹੁਣ ਕੱਪੜਾ ਬੁਣਨ ਵਾਲੀ ਸੀਗੀ ਉਹ ਖੱਡੀ ਦਾ ਸਮਾਨ ਹੈ ਜੀ। ਉਹ ਮਸ਼ੀਨ ਉਹਨੂੰ ਖੱਡੀ ਕਹਿੰਦੇ ਸੀਗੀ, ਹੱਥ ਖੱਡੀ ਜੀ, ਅਤੇ ਉਹ ਸਾਰਾ ਮੇਰੇ ਕੋਲ ਸਪੇਅਰ ਪਾਰਟ ਪਿਆ ਵੀ ਜੇ ਉਹ ਇਕੱਠਾ ਕਰਕੇ ਅੱਜ ਵੀ ਖੱਡੀ ਲਾਉਣੀ ਹੋਵੇ ਤਾਂ ਮੇਰੇ ਕੋਲ ਸਾਰਾ ਸਮਾਨ ਉਹ ਹੈਗਾ, ਮਤਲਬ ਖੱਡੀ ਚੱਲ ਸਕਦੀ। ਹਾਂਜੀ, ਤੇ ਹੁਣ ਆਪਾਂ ਅੰਦਰ ਚੱਲਦੇ ਹਾਂ ਤੇ ਨਾਲ ਦੇ ਨਾਲ ਸਾਰੀਆਂ ਚੀਜ਼ਾਂ ਦੀ ਦੇਖਦੇ ਹਾਂ ਕਿਹੜੀ ਚੀਜ਼ ਪੰਜਾਬੀ ਸੱਭਿਆਚਾਰ ਨਾਲ ਜੁੜੀ ਹੋਈ ਇੱਥੇ ਪਈ ਹੋਈ ਹੈ, ਤੇ ਨਾਲ ਦੇ ਨਾਲ ਤੁਸੀਂ ਸਾਨੂੰ ਦੱਸੀ ਜਾਇਓ ਕਿ ਇਹਨੂੰ ਕੀ ਕਹਿੰਦੇ ਤੇ ਉਹਦਾ ਇਸਤੇਮਾਲ ਕੀ ਹੈ। ਅੰਦਰ ਚੱਲਦੇ ਹਾਂ। ਜਾਣਨਾ ਚਾਹਾਂਗੇ ਜਿਵੇਂ ਕਿ ਆ ਉਰੀ ਲਿਖਿਆ ਹੋਇਆ ਹੈ, ਇਹ ਦੇਖਣ ਨੂੰ ਇਹ ਅੱਜ ਦੇ ਟਾਈਮ ਦੇ ਵਿੱਚ ਮੋਸਟਲੀ ਨਹੀਂ ਪਤਾ ਹੋਣਾ ਅੱਜ ਦੀ ਪੀੜ੍ਹੀ ਨੂੰ, ਉਹਦੇ ਬਾਰੇ ਸਾਨੂੰ ਦੱਸੋ। ਇਹ ਉਰੀ ਹੁੰਦੀ ਸੀ, ਇਹ ਤੇ ਉਹ ਟੇਨ ਤੇ ਜੋ ਪਹਿਲਾਂ ਸੂਤ ਵਾਲਦੇ ਸੀ ਉਹਦੀ ਅੱਟੀ ਬਣ ਜਾਂਦੀ ਸੀ, ਅੱਟੀ ਇਹ ਉਰੀ ਤੇ ਪਾ ਦਿੰਦੇ ਸੀ, ਤੇ ਇਹ ਜਦੋਂ ਨੜਿਆਂ ਤੇ ਇਹਨੂੰ ਉੱਤੇ ਦੁਬਾਰਾ ਪਾਉਣਾ ਤੇ ਇਹ ਬਹੁਤ ਤੇਜ਼ੀ ਨਾਲ ਘੁੰਮਦੀ ਹੁੰਦੀ ਸੀ। ਇੱਕ ਇਹ ਤੇ ਆਮ ਕੁੜੀਆਂ ਜਦੋਂ ਥੱਕ ਜਾਂਦੀ ਸੀ ਨਾ, ਉਹ ਇਹ ਵੀ ਕਹਿੰਦੀ ਸੀ ਮੈਨੂੰ ਤੁਸੀਂ ਇੰਨਾ ਕੰਮ ਕਹਿੰਦੇ, ਮੈਂ ਤਾਂ ਸਵੇਰ ਦੀ ਉਰੀ ਵਾਂਗੂ ਘੁੰਮੀ ਜਾਂਦੀ। ਹਾਂਜੀ, ਵੀ ਜਿਹੜਾ ਜ਼ਿਆਦਾ ਕੰਮ ਕਰਦਾ ਸੀ। ਤੇ ਇਸ ਤਰ੍ਹਾਂ ਵੱਡੇ ਉਰੇ ਹੁੰਦੇ ਸੀ ਇਹ ਵੱਡੇ ਨੜੇ ਇਹਨਾਂ ਦੇ ਜਦੋਂ ਪਾਉਣੇ, ਤੇ ਇਸੇ ਦਾ ਹੀ ਰੂਪ ਸੀਗਾ। ਹਾਂਜੀ, ਇਹਨੂੰ ਉਰਾ ਕਹਿੰਦੇ ਸੀ। ਹਾਂਜੀ, ਉਹਦਾ ਹੀ ਰੂਪ ਹੈ। ਉਹ ਤੇ ਛੋਟੀ ਅੱਟੀਆਂ ਪੈਂਦੀ ਸੀ ਤੇ ਵੱਡਾ
ਪੈਂਦਾ ਸੀ। ਸੋ ਇੱਥੇ ਮੈਂ ਦੱਸਣਾ ਚਾਹਾਂਗੀ ਕਿ ਜਿਹੜਾ ਸਮਾਨ ਜਿਹੜਾ ਹੈਗਾ ਅੰਕਲ ਜੀ ਨੇ ਕਿਤੋਂ ਵੀ ਲਿਆਂਦਾ ਆ ਤੇ ਉਹਨਾਂ ਨੂੰ ਪੂਰਾ ਕ੍ਰੈਡਿਟ ਦਿੱਤਾ ਹੋਇਆ ਹੈ, ਉਹਨਾਂ ਦਾ ਨਾਮ ਲਿਖਿਆ ਬਕਾਇਦਾ ਵੀ ਕਿੱਥੋਂ ਲਈ ਹੈ ਨਾ ਚੀਜ਼। ਸੋ ਬੜੀ ਵਧੀਆ ਗੱਲ ਹੈ ਇਹ। ਤੇ ਸਰ ਆਪਾਂ ਜਾਣਨਾ ਚਾਹਾਂਗੇ ਕਿ ਤੁਸੀਂ ਲਿਖਦੇ ਵੀ ਹੋ ਹੈ ਨਾ, ਜਿਵੇਂ ਕਿ ਤੁਸੀਂ ਉਹ ਬਹੁਤ ਸੋਹਣੀਆਂ ਲਿਖੀਆਂ ਹੋਈਆਂ ਲਿਖਤਾਂ ਤੇ ਉਧਰ ਵੀ ਆਪਾਂ ਸ਼ੇਰੋ ਸ਼ਾਇਰੀ ਕਾਫੀ ਪੜ੍ਹੀ ਹੈ, ਤੇ ਇਹਦੇ ਬਾਰੇ ਸਾਨੂੰ ਦੱਸੋ। ਇਹ ਜੀ ਕੁਛ ਸਮਾਨ ਤੁਹਾਨੂੰ ਉੱਧਰ ਜਾ ਕੇ ਦਿਖਾਵਾਂਗੇ। ਕੁਛ ਲੋਕਾਂ ਨੇ ਸਾੜਤਾ ਸਿਰਫ ਉਹਦਾ ਲੋਹਾ ਤੇ ਜਾਂ ਪਿੱਤਲ ਕੱਢਣ ਦੀ ਬਾਬਤ। ਉਹਦੇ ਤੇ ਮੈਂ ਲਿਖਿਆ ਉਹ ਜਿਹੜਾ ਸਮਾਨ ਸੀ ਉਹ ਆਪ ਮਤਲਬ ਆਪਣੇ ਨਾਲ ਗੱਲਾਂ ਕਰਦਾ ਵੀ ਮਾਲਕ ਮਾਪੇ ਚੇਤੇ ਆਮਣ ਜਿਨ੍ਹਾਂ ਰੀਝਾਂ ਨਾਲ ਬਣਾਇਆ, ਪਿੰਡੇ ਉੱਤੇ ਭਾਰ ਢੋਂਦਿਆਂ ਛਲਣੀ ਹੋ ਗਈ ਕਾਇਆ, ਅਗਲੀ ਪੀੜ੍ਹੀ ਕਦਰ ਨਾ ਜਾਣੀ, ਅੱਗ ਹਵਾਲੇ ਕੀਤਾ, ਅੱਧ ਸੜਿਆ ਮੈਂ ਧਾਹਾਂ ਮਾਰਾਂ, ਕਿਸੇ ਨਾਲ ਦਰਦ ਮੰਡਾਇਆ। ਇਹ ਜਿਵੇਂ ਗੱਡੇ ਸੀ ਹੋਰ ਸਮਾਨ ਸੀ ਸਾਰਾ ਉਹਨੂੰ ਅੱਗ ਲਾ ਕੇ ਸਾੜ ਕੇ ਤੇ ਉਹਦਾ ਲੋਹਾ ਕੱਢ ਕੇ ਤੇ ਕਵਾੜੀ ਨੂੰ ਵੇਚਿਆ ਗਿਆ। ਤੇ ਇਸ ਦਾ ਮੈਨੂੰ ਬੜਾ ਦਰਦ ਆਉਂਦਾ ਇਸ ਗੱਲ ਦਾ ਜੀ। ਜੀ ਤੁਸੀਂ ਬਹੁਤ ਸਹੀ ਲਿਖਿਆ ਕਿ ਅਗਲੀ ਪੀੜ੍ਹੀ ਕਦਰ ਨਾ ਜਾਣੀ। ਸੋ ਅਸੀਂ ਉਮੀਦ ਕਰਦੇ ਹਾਂ ਕਿ ਜਿਵੇਂ ਕਿ ਤੁਸੀਂ ਇਹ ਕਾਰਜ ਨੂੰ ਕੀਤਾ ਆ ਹੈ ਨਾ, ਤੁਸੀਂ ਹੰਭਲਾ ਮਾਰਿਆ ਹੈ, ਪੰਜਾਬੀ ਸੱਭਿਆਚਾਰ ਨੂੰ ਸਾਂਭ ਕੇ ਰੱਖਿਆ ਤੇ ਉਮੀਦ ਕਰਦੇ ਹਾਂ ਕਿ ਅਗਲੀ ਆਉਣ ਵਾਲੀ ਪੀੜ੍ਹੀ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣ। ਤੇ ਅੱਗੇ ਸਰ ਆ ਜਿਹੜੀ ਇਹਨੂੰ ਕੀ ਖੱਡੀ, ਜੇ ਮੈਂ ਗਲਤ ਨਾ ਖੱਦਰ ਪਾਉਣ ਵਾਲਾ, ਇਹ ਇੱਕ ਤਰ੍ਹਾਂ ਥੱਲੇ ਪੱਟੀ ਵੀ ਹੁੰਦੀ ਸੀ ਤੇ ਕਈਆਂ ਦੇ ਸਟੈਂਡ ਉੱਪਰ ਵੀ ਬਣਾਏ ਹੁੰਦੇ ਸੀ। ਇਹ ਖੱਦਰ ਸਾਰਾ ਘਰੇ ਬੁਣਿਆ ਜਾਂਦਾ ਸੀ। ਪਹਿਲੇ ਜ਼ਮਾਨੇ ਦੇ ਵਿੱਚ ਸਾਡੀ ਸੁਰਤ ਤੋਂ ਪਹਿਲਾਂ ਜਿਹੜੇ ਸਾਡੇ ਦਾਦਿਆਂ ਦੇ ਹਾਣਦੇ ਸੀ ਉਹ ਕੁੜਤੇ ਪਜਾਮੇ ਵੀ ਚਾਦਰੇ ਵੀ ਖੱਦਰ ਹੱਥੀਂ ਬਣੇ ਦੇ ਪਾਉਂਦੇ ਸੀਗੇ। ਤੇ ਫਿਰ ਜਿਹੜੇ ਆਮ ਦਰੀਆਂ ਖੇਸ ਤਾਂ ਉਹ ਹੁਣ ਤੱਕ ਸਾਡੇ ਮਤਲਬ ਵੇਖਣ ਦੇ ਵਿੱਚ ਵੀ ਬੁਣਦੇ ਰਹੇ ਆ। ਤੇ ਇਹ ਅੱਡੋ ਅੱਡ ਸਾਰਾ ਸਮਾਨ ਹੁੰਦਾ, ਜੇ ਇਹਨੂੰ ਇਕੱਠਾ ਕਰਕੇ ਹੁਣ ਵੀ ਖੱਡੀ ਬਣਾਉਣੀ ਹੈ ਤਾਂ ਇਹ ਚਾਲੂ ਹਾਲਤ 'ਚ ਹੁਣ ਵੀ ਹੋ ਸਕਦਾ। ਹਾਂਜੀ। ਤੇ ਇੱਥੇ ਇੱਕ ਹੋਰ ਗੱਲ ਦੱਸਣਾ ਚਾਹੂੰਗੀ ਕਿ ਇਹਨਾਂ ਤੋਂ ਜਿੰਨਾ ਵੀ ਸਮਾਨ ਪਿਆ ਸਾਰਾ ਚੱਲਦੀ ਹਾਲਤ ਦੇ ਵਿੱਚ ਹੈ, ਚਾਹੇ ਉਹ ਰੇਡੀਓ ਹੋਣ, ਚਾਹੇ ਉਹ ਕਿਸੇ ਵੀ ਤਰ੍ਹਾਂ, ਚਾਹੇ ਆ ਖੱਡੀ ਹੋਵੇ, ਇਹ ਸਾਰੀਆਂ ਜਿਹੜੀਆਂ ਹੈ ਉਹ ਉਸੇ ਤਰ੍ਹਾਂ ਹੀ ਵਰਕ ਕਰਦੀਆਂ ਨੇ ਜਿਵੇਂ ਪਹਿਲਾਂ ਕਰਦੇ ਹੁੰਦੇ ਸੀ। ਸੋ ਪੁੱਛਣਾ ਚਾਹਾਂਗੇ ਕਿ ਇੱਥੇ ਪਾਵੇ ਵੀ ਪਏ ਨੇ ਪਹਿਲੇ ਟਾਈਮ ਦੇ, ਉਹਦੇ ਬਾਰੇ ਦੱਸੋ। ਇਹ ਜੋ ਪਾਵੇ ਹੈ ਇਹ ਢੋਦੀ ਦਾ ਪਾਵਾ, ਉੱਤੇ ਬਰੀਕ ਗੁੱਡੀਆਂ ਗੁੱਲੀਆਂ ਪਾਈਆਂ ਵੀਆਂ। ਇਹ ਮੇਰੇ ਦਾਦਾ ਜੀ ਦਾ ਆਪਦਾ ਹੱਥੀਂ ਬਣਿਆ, ਜਿੱਥੋਂ ਮੈਨੂੰ ਵਿਰਾਸਤ ਸਾਂਭਣ ਦਾ ਸ਼ੌਕ ਜਾਗਿਆ। ਇਹ ਚੀਜ਼ਾਂ ਮੁੱਢ ਆ ਜੀ ਇਸ ਗੱਲ ਦਾ। ਹਾਂਜੀ। ਉਸ ਤੋਂ ਬਾਅਦ ਫਿਰ ਆ ਕੁਛ ਪਾਵੇ ਕੁਛ ਉੱਧਰ ਦਿਖਾਵਾਂਗੇ। ਇਹ ਮੈਨੂੰ ਘਰਾਂ ਦੇ ਵਿੱਚੋਂ ਮਿਲ ਗਏ। ਫਿਰ ਇਸ ਤਰ੍ਹਾਂ ਚਰਖੇ ਕੁਛ ਸਾਡਾ ਆਪ ਦਾ ਜਿਹੜਾ ਮੇਰਾ ਦਾਦੀ ਜੀ ਕਾਤੀ ਜੀ ਦੇ ਵਿਚਾਲੇ ਆ। ਫਿਰ ਸਾਨੂੰ ਹੋਰ ਆਫਰ ਵੀ ਆਈ ਆ। ਇਸੇ ਤਰ੍ਹਾਂ ਹੋਰ ਮਧਾਣੀਆਂ ਇਹਨਾਂ ਦੀ ਸਾਨੂੰ ਲੋਕਾਂ ਨੇ ਆਫਰ ਕੀਤੀ ਹੈ। ਕਾਫੀ ਸਮਾਨ ਸਾਨੂੰ ਯਾਨੀ ਰੱਖਣ ਵਾਸਤੇ ਲੋਕਾਂ ਨੇ ਫ੍ਰੀ ਦਿੱਤਾ ਜੀ। ਹਾਂਜੀ। ਹੁਣ ਆਪਾਂ ਜਾਣਨਾ ਚਾਹਾਂਗੇ ਕਿ ਇੱਕ ਤੁਹਾਡੇ ਕੋਲ ਮੁੱਠੀ ਵਾਲਾ ਤਾਲਾ ਵੀ ਆ ਜਿਹੜਾ ਕਿ ਅੱਜ ਦੇ ਟਾਈਮ ਦੇ ਵਿੱਚ ਨਹੀਂ ਮਿਲਦਾ। ਸੋ ਉਹ ਸਾਨੂੰ ਖੋਲ ਕੇ ਵੀ ਦੱਸੋ ਕਿਵੇਂ ਵਰਕ ਕਰਦਾ ਇਹ ਤਾਲੇ। ਅੱਗੇ ਬਰੀਕ ਤੋਂ ਲੈ ਕੇ ਆ ਵੱਡੇ ਤਾਲੇ ਇਹ ਸਾਰੇ ਮਤਲਬ ਹੱਥੀਂ ਮਿਹਨਤਾਂ ਦੇ ਨਾਲ ਮਿਸਤਰੀ ਦੇ ਆਪਦੇ ਬਣਾਏ ਹੁੰਦੇ ਸੀ। ਇਹਨੂੰ ਮੁੱਠੀ ਜਿੰਦੇ ਕਹਿੰਦੇ ਸੀ, ਇਹਨੂੰ ਮੁੱਠੀ ਜਿੰਦਾ। ਇਹਨਾਂ ਦੇ ਚਾਬੀਆਂ ਵੇਖੋ ਏਡੀਆਂ ਏਡੀਆਂ ਵੀ ਹੁੰਦੀਆਂ ਸੀ। ਇਹ ਸਰਦਾਰ ਸਾਧੂ ਸਿੰਘ ਇੱਥੇ ਮੂੜੀਗੜ੍ਹ ਦਾ ਪਰਿਵਾਰ ਹੈ, ਉਹਨਾਂ ਨੇ ਦਿੱਤਾ। ਪਹਿਲਾਂ ਤਾਂ ਚਾਬੀ ਇਸ ਤਰ੍ਹਾਂ ਵਿੱਚ ਘੁਮਾ ਕੇ ਪਾਈ ਜਾਂਦੀ ਸੀ, ਫਿਰ ਇੱਥੋਂ ਇਹਨੂੰ ਧੱਕ ਕੇ ਤੇ ਇਹ ਇੱਥੋਂ ਉੱਤੇ ਖੁੱਲ੍ਹ ਜਾਂਦਾ ਸੀਗਾ ਤੇ ਇਸੇ ਤਰ੍ਹਾਂ ਹੀ ਲਾਇਆ ਜਾਂਦਾ ਸੀਗਾ। ਇਹ ਕਾਫੀ ਮਜ਼ਬੂਤ ਹੈ, ਇਹ ਟੁੱਟ ਭੱਜ ਵੀ ਨਹੀਂ ਇਹਦੀ ਹੁੰਦੀ ਜੇ। ਤੇ ਇਹ ਹੱਥੀਂ ਸਭ ਬਣਿਆ, ਮਸ਼ੀਨੀ ਇਹ ਨਹੀਂ ਤਾਲੇ ਦੀ। ਤੇ ਕਾਫੀ ਇਹ ਪੁਰਾਣੇ ਆ, ਜਿਵੇਂ ਆਪਾਂ ਕਹਦੇ ਵੀ 100 ਸਵਾ 100 150 ਸਾਲ ਤੱਕ ਦੇ ਪਹਿਲਾਂ ਦੇ ਬਣੇ। ਹਾਂਜੀ। ਤੇ ਅੱਜ ਵੀ ਇਹ ਚਾਲੂ ਹਾਲਤ ਦੇ ਵਿੱਚ ਹੈਗੇ, ਚਾਬੀਆਂ ਹੈਗੀਆਂ ਇਹਨਾਂ ਦੀਆਂ। ਸੋ ਇੱਧਰ ਬਾਹਰ ਜਿਹੜਾ ਹੈਗਾ ਚੁੱਲ੍ਹਾ ਚੌਂਕਾ ਜਿਹਨੂੰ ਕਹਿੰਦੇ ਹੈ ਨਾ, ਉਹ ਬਣਿਆ ਹੋਇਆ, ਆਪਾਂ ਉਹ ਵੀ ਦੇਖਾਂਗੇ। ਸੋ ਇੱਥੇ ਮਧਾਣੀਆਂ ਵੀ ਪਈਆਂ ਹੋਈਆਂ ਨੇ, ਪੀੜੀਆਂ ਵੀ ਪਈਆਂ ਹੋਈਆਂ ਨੇ, ਜਿਹੜੇ ਪਿੱਤਲ ਦੇ ਭਾਂਡੇ ਵੀ ਹੈਗੇ ਨੇ। ਤੇ ਜਦੋਂ ਇਹ ਹਵੇਲੀ ਦੇ ਵਿੱਚ ਰਹਿੰਦੇ ਸੀ ਤੇ ਇਹਦਾ ਚੁੱਲ੍ਹਾ ਮਗਦਾ ਹੁੰਦਾ ਸੀਗਾ। ਹਾਂਜੀ ਹਾਂ, ਇਸੇ ਚੁੱਲ੍ਹੇ ਤੇ ਆ ਸਾਰਾ ਹੂ ਬਹੂ ਇਹੀ ਉਸੇ ਤਰ੍ਹਾਂ ਹੀ ਹੈ। ਸਿਰਫ ਇਹ ਚਾਹ ਜਿਵੇਂ ਕੰਧੋਲੀ ਢਹਿ ਗਈ ਸੀ ਦੁਬਾਰਾ ਬਣਾਈ ਆ। ਤੇ ਇਹ ਉਸੇ ਚੁੱਲ੍ਹੇ ਤੇ ਅਸੀਂ ਇੱਥੇ ਬਹਿ ਕੇ ਰੋਟੀ ਪਾਣੀ ਛਕਦੇ ਰਹੇ। ਸਾਡੀ ਮਾਤਾ ਜੀ ਪਕਾਉਂਦੇ ਹੁੰਦੇ ਸੀਗੇ ਤੇ ਇਸੇ ਤਰ੍ਹਾਂ ਹੀ ਭਾਂਡੇ ਰੱਖੇ ਹੁੰਦੇ ਸੀ। ਸਾਰਾ ਉਹੀ ਹੈ, ਚੁੱਲ੍ਹਾ ਉਹੀ ਹੈ, ਬਸ ਉਹਦੀ ਮੁਰੰਮਤ ਕਰਕੇ ਉਹਨੂੰ ਸਾਂਭ ਕੇ ਰੱਖਿਆ ਹੋਇਆ। ਹਾਂਜੀ, ਸਾਂਭ ਕੇ ਰੱਖਿਆ ਹੋਇਆ ਕਿਉਂ ਕੱਚੀਆਂ ਕੰਧੋਲੀਆਂ ਸੀਗੀਆਂ। ਤੇ ਫਿਰ ਉਦੋਂ ਬਾਅਦ ਢਹਿ ਢੂ ਗਈਆਂ। 25-30 ਸਾਲ ਲੰਘ ਗਏ ਤੇ ਹੁਣ ਮੈਂ ਇਹ 10-15 ਸਾਲਾਂ ਤੋਂ ਇਸ ਤਰ੍ਹਾਂ ਨੂੰ ਬਣਾ ਰਿਹਾ। ਹਾਂਜੀ। ਇਹ ਨਾ ਰੋਟੀਆਂ ਵਾਲੀ ਹੁੰਦੀ ਸੀ, ਆਪਾਂ ਕੋਠੀ ਕਹਿੰਦੇ ਸੀਗੇ। ਉਦੋਂ ਬਾਅਦ ਤਾਂ ਜਾਲੀਆਂ ਉਹਨੂੰ ਡੋਲੀਆਂ ਕਹਿਣ ਲੱਗ ਗਏ। ਇਹ 'ਚ ਇਸ ਤਰ੍ਹਾਂ ਰੋਟੀਆਂ ਰੱਖ ਦਿੰਦੇ ਸੀ, ਦਹੀਂ ਤੇ ਮੱਖਣ, ਕੋਈ ਸਬਜ਼ੀ ਵੀ ਬਚਣੀ ਤੇ ਇਹਦੇ 'ਚ ਰੱਖ ਦੇਣੀ ਇਹਨੇ। ਇਹਦੇ 'ਚ ਕੁੰਡੀ ਲਾ ਦੇਣੀ ਤੇ ਰੋਟੀਆਂ ਸੇਫ ਰਹਿਣੀਆਂ ਵੀ। ਇਹ ਕੁੱਤੇ ਕਾਤਿਆਂ ਤੋਂ ਮਤਲਬ ਇਹ ਸੇਫ ਰਹਿੰਦੇ, ਬਿੱਲੀਆਂ ਵੀ ਨਹੀਂ ਸੀ ਆਉਂਦੀਆਂ ਇਸ ਤਰ੍ਹਾਂ। ਇਹ ਵੀ ਪਹਿਲਾਂ ਦੀ ਬਣੀ ਹੋਈ ਹੈ। ਹਾਂਜੀ। ਇਹ ਨਹੀਂ, ਇਹ ਮੈਨੂੰ ਕਿਸੇ ਪਿੰਡ 'ਚੋਂ ਆ ਮਿਲਿਆ ਸੀ ਵਿਰਾਸਤ। ਤੇ ਉਹ ਪਹਿਲਾਂ ਹੁੰਦੀਆਂ ਸੀ ਆਮ ਘਰਾਂ 'ਚ, ਪਰ ਇਹ ਸਾਡੇ ਨਹੀਂ ਸੀ ਹੁੰਦੀ। ਉਹਨੇ ਯਾਦ ਵਿੱਚ ਉਹਨੇ ਦਿੱਤਾ ਤੇ ਇਹ ਆਮ ਘਰਾਂ 'ਚ ਹੁੰਦੀਆਂ ਸੀ। ਇਹ ਬਾਅਦ 'ਚ ਬਣਾਈ ਹੈ। ਸੋ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਨੇ ਜਿੱਦਾਂ ਕਿ ਨੌਜਵਾਨ ਪੀੜ੍ਹੀ ਨੂੰ ਸ਼ਾਇਦ ਉਹਨਾਂ ਚੀਜ਼ਾਂ ਦੇ ਨਾਮ ਵੀ ਨਹੀਂ ਪਤਾ ਹੋਣੇ। ਸੋ ਇਹਦੇ ਬਾਰੇ ਗੱਲ ਕਰਦੇ ਹਾਂ। ਤੇ ਇਹਨੂੰ ਕੀ ਕਹਿੰਦੇ ਨੇ? ਇਹ ਦਾਤ ਹੈ ਜੀ। ਇਹ ਜ਼ਿਆਦਾ ਸਾਗ ਚੀਰਨ ਦੇ ਕੰਮ ਆਉਂਦਾ ਸੀਗਾ। ਜਿਹੜਾ ਸਰੋਂ ਦਾ ਸਾਗ, ਛੋਲਾ ਸਾਗ, ਇਸ ਤਰ੍ਹਾਂ ਜੋ ਸਾਗ ਇਹਦੇ ਨਾਲ ਚੀਰਦੇ ਸੀ। ਜਿੱਦਾਂ ਹੁਣ ਇਹ ਐਵੇਂ ਦੀਆਂ ਹੁੰਦੀਆਂ ਨੇ, ਬਟ ਇਹਦੀ ਜਿਹੜੀ ਹੈਗੀ ਆ
ਡੈਕੋਰੇਸ਼ਨ ਜੀ ਬੜੀ ਵਧੀਆ ਆ ਹੈਨਾ ਹਾਂਜੀ, ਵੀ ਜਿੱਦਾਂ ਹੁਣ ਸਾਗ ਉਤਰਦੇ ਆ ਉਹੀ ਚੀਜ਼ ਆ ਇਹ। ਹਾਂਜੀ, ਜਿਵੇਂ ਸਾਗ ਆਪਣੇ ਸਰੋਂ ਦੀਆਂ ਗੰਦਲਾਂ ਦਾ ਸਾਗ, ਮੱਕੀ ਦੀ ਰੋਟੀ ਕਹਿੰਦੇ ਨਾ, ਉਹ ਸਾਗ ਇਸੇ ਨਾਲ ਹੀ ਉਹ ਕੱਟ ਕੇ ਬਰੀਕ ਕਰਕੇ ਤੇ ਫਿਰ ਕੁੱਜੇ ਦੇ ਵਿੱਚ ਪਾਇਆ ਜਾਂਦਾ ਸੀ। ਪਹਿਲਾਂ ਇਹਦੇ ਨਾਲ ਕਰਦੇ ਸੀ, ਹੁਣ ਤਾਂ ਮਸ਼ੀਨਾਂ ਜੀਆਂ ਆ ਗਈਆਂ ਨੇ। ਆ ਗਈਆਂ ਹੁਣ ਛੋਟੀਆਂ ਛੋਟੀਆਂ। ਹਾਂਜੀ, ਤੇ ਇੱਧਰਲੇ ਪਾਸੇ ਚੱਲਦੇ ਆ, ਇੱਧਰ ਖੂਹ ਵੀ ਬਣਿਆ ਹੋਇਆ, ਆਪਾਂ ਉਹ ਵੀ ਦੇਖਦੇ ਆ। ਹਾਂਜੀ ਹਾਂਜੀ। ਸੋ ਇੱਥੇ ਖੂਹ ਵੀ ਬਣਿਆ ਹੋਇਆ ਹੈ ਤੇ ਦੇਖਣ ਨੂੰ ਕਾਫੀ ਡੂੰਘਾ ਵੀ ਲੱਗ ਰਿਹਾ ਹੈ ਨਾ। ਸੋ ਕਿੰਨੇ ਫੁੱਟ ਹੈ ਇਹ? ਇਹ ਜੀ 15-18 ਫੁੱਟ ਡੂੰਘੀ ਖੂਹੀ ਹੈ। ਇਹ ਸਾਡੇ ਉਧਰਲੇ ਤੁਹਾਨੂੰ ਸਾਂਝੇ ਪਰਿਵਾਰ ਦੇ ਵਿੱਚ ਇਹ ਖੂਹੀ ਹੁੰਦੀ ਸੀਗੀ। ਇਸ ਤਰ੍ਹਾਂ ਇਹਦੇ 'ਚ ਇੱਕ ਡੋਲ ਹੁੰਦਾ ਸੀਗਾ, ਤੁਹਾਨੂੰ ਬਾਹਰ ਕੱਢ ਕੇ ਦੱਸਦੇ। ਤੇ ਇਹ ਡੋਲ ਵਿੱਚ ਪਾ ਕੇ ਇਹਦੇ 'ਚ ਪਾਣੀ ਥੱਲਿਓਂ ਆਟੋਮੈਟਿਕ ਹੀ ਤੁਰਿਆ ਆਉਂਦਾ ਸੀ ਪਾਣੀ, ਮਤਲਬ 20-25 ਫੁੱਟ ਸੀਗਾ ਪਹਿਲਾਂ। ਇਹ ਤਾਂ ਟੈਂਪਰੇਰੀ ਬਣਾਈ ਹੈ ਜੀ ਉਹਦੀ ਯਾਦ 'ਚ। ਉਧਰ ਸਾਡੇ ਖੂਹੀ ਹੁੰਦੀ, ਸਾਰੀਆਂ ਖੂਹੀਆਂ 'ਚ ਇਸ ਤਰ੍ਹਾਂ ਪਾਣੀ ਥੱਲੇ ਹੀ ਸਿਮ ਕੇ ਤਾਂ ਆਉਂਦਾ ਰਹਿੰਦਾ, ਜਿੰਨਾ ਕੱਢੀ ਜਾਂਦਾ ਉਹਨਾਂ ਹੋਰ ਫੁੱਟ ਤੇ ਆ ਜਾਂਦਾ ਸੀ। ਹਾਂਜੀ, ਕੋਈ 10, 15, 20, 25 ਫੁੱਟ ਤਾਈਂ ਹੌਲੀ ਹੌਲੀ ਪਾਣੀ ਡੂੰਘੇ ਹੁੰਦੇ ਗਏ। ਹੁਣ ਤਾਂ ਕੋਈ 100 ਫੁੱਟ ਦੇ ਲਗਭਗ ਜਾਂ 125, 150 ਫੁੱਟ ਤੱਕ ਵੀ ਡੂੰਘੇ ਚਲੇ ਗਏ ਹੁਣ ਮੱਛੀ ਮੁੱਟਣ ਵਾਲੀਆਂ। ਇਹਨੂੰ ਇਸ ਤਰ੍ਹਾਂ ਤੁਹਾਨੂੰ ਦੱਸਦੇ ਆ ਤਕਨੀਕ, ਇਸ ਤਰ੍ਹਾਂ ਇਹਨੇ ਡੋਲਣਾ ਵਿੱਚ ਲਮਕਾਈ ਜਾਣਾ। ਹਾਂਜੀ, ਜਦੋਂ ਉਹਨੇ ਪਾਣੀ ਦੇ ਵਿੱਚ ਵੱਜਣਾ ਇਸ ਤਰ੍ਹਾਂ ਆਵਾਜ਼ ਆਉਣੀ ਤੇ ਇਹਨੂੰ 2-3 ਵਾਰ ਇਸ ਤਰ੍ਹਾਂ ਕਰਕੇ ਭਰ ਕੇ ਤੇ ਫਿਰ ਸਵਾਣੀ ਇੱਥੇ ਪੈਰੇ ਸਾਰੇ ਜ਼ੋਰ ਨਾਲ ਇਸ ਤਰ੍ਹਾਂ ਖਿੱਚਦੇ ਹੁੰਦੇ ਸੀ ਭਰੇ ਨੂੰ। ਇਸ ਤਰ੍ਹਾਂ ਖਿੱਚ ਕੇ ਤੌੜਿਆਂ 'ਚ ਪਾ ਲੈਣਾ। ਤੇ ਜੇ ਪਸ਼ੂ ਨੂੰ ਚਬੱਚੇ ਬਣੇ ਹੁੰਦੇ ਸੀ, ਜਦੋਂ ਡੰਗਰ ਮਾਲ ਨਹੀਂ ਸੀ ਪਿਆਉਂਦੇ ਹੁੰਦੇ, ਚਬੱਚਿਆਂ ਦੇ ਵਿੱਚ ਪਾ ਦੇਣਾ। ਤੇ ਫਿਰ ਇੱਕ ਜਦੋਂ ਤੌੜਿਆਂ 'ਚ ਪਾ ਕੇ ਘਰਾਂ 'ਚ ਪਾਣੀ ਲਿਆਉਣਾ। ਘਰਾਂ 'ਚ ਇਹ ਕੜਵੰਜੀ ਹੁੰਦੀ ਸੀ। ਹਾਂਜੀ, ਇਹ ਲੱਕੜ ਦੀ ਬਣੀ ਹੁੰਦੀ ਸੀ। ਇਹ ਉੱਤੇ ਤੌੜੇ ਰੱਖਣ ਦਾ ਇੱਕ ਸਟੈਂਡ ਜਿਹਨੂੰ ਕਹਿ ਦਈਏ, ਘੜਿਆਂ ਤੋਂ ਇਹਦਾ ਨਾਂ ਕੜਵੰਜੀ ਪੈ ਗਿਆ। ਇਹ 'ਚ ਪਾਣੀ ਬਹੁਤ ਸੰਜਮਣਾ ਵਰਤਦੇ ਸੀ, ਪਾਣੀ ਲਿਆਉਣਾ ਬੜਾ ਔਖਾ ਹੁੰਦਾ ਸੀ। ਖੂਹੀ ਵੀ ਹਰ ਘਰਾਂ 'ਚ ਨਹੀਂ ਸੀ ਹੁੰਦੀ। ਇਹ ਵੀ ਕਈ ਵਾਰੀ ਇੱਕ ਅਗਵਾੜ ਦੀ ਜਾਂ 25-30 ਘਰਾਂ ਦੀ ਸਾਂਝੀ ਇੱਕ ਖੂਹੀ ਹੁੰਦੀ ਸੀ। ਉੱਥੋਂ ਫਿਰ ਵਾਰੀ ਨਾਲ ਪਾਣੀ ਮਿਲਦਾ ਸੀ ਸਵਾਣੀਆਂ ਨੂੰ। ਹਾਂਜੀ, ਕਿ ਫਿਰ ਇਹਦੇ ਉੱਤੇ ਰੱਖਣਾ ਪਾਣੀ ਦੀ ਸੁਚੱਜੀ ਵਰਤੋਂ ਵਾਸਤੇ ਇਹ ਕਰਦੇ ਸੀ, ਪਾਣੀ ਫਾਲਤੂ ਨਾ ਜਾਵੇ ਤੇ ਇੱਕ ਪਾਣੀ ਖਰਾਬ ਨਾ ਹੋਵੇ। ਇਹਦੇ 'ਚ ਜਿਵੇਂ ਬੌਕਰ ਮਾਰਨੀ ਹੈ, ਕੋਈ ਥੱਲੇ ਸਫਾਈ ਕਰਨੀ, ਇਹਦੇ ਵਿੱਚ ਮਿੱਟੀ ਨਾ ਪਵੇ। ਤੇ ਖੇਤ ਦਾ ਜਿਹੜਾ ਆਪਾਂ ਫਸਲਾਂ ਵਾਸਤੇ ਉਹ ਹੁੰਦਾ ਸੀ ਆਪਣੇ ਖੂਹ, ਉਹ ਕਾਫੀ ਵੱਡਾ ਹੁੰਦਾ ਸੀ। ਉਹ ਬਲਦਾਂ ਨਾਲ ਚੱਲਦਾ ਹੁੰਦਾ ਸੀ ਤੇ ਉਹਦੇ ਨਾਲ ਟਿੰਡਾਂ ਚੱਲਦੀਆਂ ਸੀ, ਖੂਹ 'ਚ ਭਰੀਆਂ ਆਉਣੀਆਂ ਤੇ ਇੱਧਰ ਬੈਡ ਦੇ ਉੱਤੇ ਆ ਕੇ ਤੇ ਇਹ 'ਚ ਢੇਰੀ ਹੋਈ ਜਾਣੀ ਪਾਰਸ਼ 'ਚ। ਇਹ ਨਾਲ ਹੀ ਨਾਲ ਚਬੱਚੇ 'ਚ ਗਾਂਹ ਪਾਣੀ ਉੱਠ ਜਾਂਦਾ ਤੇ ਫਿਰ ਫਸਲਾਂ ਨੂੰ ਪਾਣੀ ਲੱਗਦਾ ਹੁੰਦਾ ਸੀ। ਹਾਂਜੀ, ਇਸ ਤਰ੍ਹਾਂ ਜਿਵੇਂ ਗੱਡੇ ਦਾ ਤੁਹਾਨੂੰ ਦੱਸਿਆ, ਇਹ ਗੱਡੇ ਦਾ ਸਪੇਅਰ ਪਾਰਟ ਹੁੰਦਾ ਸੀ। ਇੱਥੇ ਬਲਦ ਇੱਥੇ ਜੁੜਦੇ ਹੁੰਦੇ ਸੀ। ਇਹਦੇ 'ਚ ਬਲਦ ਜੁੜ ਕੇ ਪਿੱਤਲ ਤਾਂਬਾ ਇਹ 'ਤੇ ਬੜਾ ਰੀਝਣ ਲਾਇਆ ਹੁੰਦਾ ਸੀਗਾ। ਫਿਰ ਇਹ ਗੱਡੇ ਦੀਆਂ ਇਹਨੂੰ ਪਿੰਜਣੀਆਂ ਕਹਿੰਦੇ ਸੀਗੇ। ਇਹਦੇ ਅੰਦਰ ਬਾਹਰ ਪਹੀਏ ਚੱਲਦੇ ਸੀ, ਉਹ ਬਾਹਰ ਨਹੀਂ ਸੀ ਪਹੀਏ ਇਹਦੇ ਨਾਲ ਨਿਕਲਦੇ। ਫਿਰ ਇਹ ਹਾਲ, ਪਹਿਲੇ ਆਹ ਹਾਲ ਹੈ, ਪਹਿਲੇ ਦੇਸੀ ਹਾਲ, ਇਹਨੂੰ ਲੱਕੜ ਦੇ ਦੇਸੀ ਹਾਲ ਕਹਿੰਦੇ ਸੀ। ਫਿਰ ਇਹ ਕੱਛੂ ਹਾਲ ਆ ਗਏ, ਲੋਹੇ ਦੇ ਆ ਗਏ, ਫਿਰ ਟਾਵੇਂ ਹਾਲ ਆ ਗਏ ਤੇ ਗਾਂ ਉਦੋਂ ਫਿਰ ਮਸ਼ੀਨੀ ਯੁੱਗ ਬਦਲ ਗਿਆ। ਹੁਣ ਟਰੈਕਟਰਾਂ ਦੇ ਪਲੋ ਆ ਗਏ, ਟਰੈਕਟਰਾਂ ਦੇ ਕਲਟੀਵੇਟਰ ਆ ਗਏ ਇਸ ਤਰ੍ਹਾਂ। ਤੇ ਇਹ ਕਰਾਈ ਵੀ ਬਲਦਾਂ ਵਾਲਾ, ਇਹ ਸਾਰੇ ਬਲਦਾਂ ਵਾਲੇ ਸੰਦ ਸੀ। ਇਹ ਜਦੋਂ ਖੇਤ ਨੂੰ ਪੱਧਰ ਕਰਦੇ ਸੀ, ਜਿਵੇਂ ਟਰੈਕਟਰਾਂ ਮਗਰ ਵੱਡੇ ਕਿਰਾਏ ਪਾ ਲੈਂਦੇ। ਹੁਣ ਤੱਕ ਕੰਪਿਊਟਰ ਕਿਰਾਏ ਵੀ ਆ ਗਏ, ਪਰ ਉਦੋਂ ਇਹ ਸਾਰੇ ਇਹ ਕਿਰਾਇਆਂ ਨਾਲ ਹੀ ਕੰਮ ਚੱਲਦਾ ਹੁੰਦਾ ਸੀ। ਇਸ ਤਰ੍ਹਾਂ ਗੱਡੇ 'ਤੇ ਇੱਕ ਬਿੱਡ ਲੱਗਾ ਹੁੰਦਾ ਸੀ। ਉਹ ਜੋ ਮਤਲਬ 6 ਮਹੀਨੇ ਹਾੜੀ ਸੌਣੀ ਲਾਉਣਾ, ਜਦੋਂ ਜ਼ਿਆਦਾ ਲਾਂਗਾ ਢੋਣ ਦੀ ਜਾਂ ਜ਼ਿਆਦਾ ਚੀਜ਼ ਢੋਣ ਦੀ ਲੋੜ ਪੈਣੀ। ਇਹ ਅਗਲਾ ਹਿੱਸਾ ਹੁੰਦਾ ਸੀ, ਇਹਨੂੰ ਵੰਗਾ ਕਹਿੰਦੇ ਸੀ। ਇਹਨੂੰ ਪਿਛਲੇ ਹਿੱਸੇ ਨੂੰ ਵੰਗਾ ਕਹਿੰਦੇ ਸੀ। ਇਹ ਉਹਦੇ 'ਚ ਉਹ ਦੋ ਜਿਹੜੀਆਂ ਲੰਮੀਆਂ ਉਹ ਬੜੀਆਂ ਪਾਸੇ ਪਾਈਆਂ ਹੁੰਦੀਆਂ ਸੀ। ਤੇ ਇਸੇ ਤਰ੍ਹਾਂ ਇਹ ਲਾਟਣਾ ਸਾਧਨ ਹੁੰਦਾ ਸੀ ਕਿ ਚਾਨਣ ਦਾ, ਇਹਦੇ ਨਾਲ ਚਾਨਣ ਕੀਤਾ ਜਾਂਦਾ ਸੀ। ਤੇ ਇਹ ਇੱਕ ਬੋਤਾ ਜਿਹੜਾ ਉਹ ਵੀ ਆਵਾਜਾਈ ਦੇ, ਜਿਵੇਂ ਤੁਹਾਨੂੰ ਦੱਸਿਆ ਇਹ ਪਿੱਛੇ ਵੀ। ਹਾਂਜੀ, ਜਿਵੇਂ ਘੋੜਾ ਹੁੰਦਾ ਸੀ, ਘੋੜੀਆਂ ਹੁੰਦੀਆਂ, ਆਵਾਜਾਈ ਲਈ ਬੋਤੇ ਨੂੰ ਵੀ ਵਰਤਿਆ ਜਾਂਦੀ, ਕਾਠੀ ਪਾ ਕੇ। ਤੇ ਇਹ ਲਾਂਹ ਸ਼ਾਹ ਕੋਠੇ ਤੇ ਇਸ ਤਰ੍ਹਾਂ ਜਿੱਥੇ ਜਾਣਾ ਇਹਦੇ 'ਤੇ ਜਾਇਆ ਜਾਂਦਾ ਸੀ ਬੈਠ ਕੇ। ਤੇ ਇਹ ਬੀਜਣ ਵਾਸਤੇ ਹਲ ਦੇ ਨਾਲ ਛੋਟਾ ਹਲ ਹੁੰਦਾ ਸੀ ਬੀਜਣ ਨਾਲ, ਉਹਦੇ ਨਾਲ ਇਹ ਪੂਰ ਦੇਸੀ ਪੂਰ ਆ, ਇਹ ਬਾਂਸ ਦਾ ਬਣਿਆ। ਹੁਣ ਤਾਂ ਬਿਲਕੁਲ ਹੀ ਲੋਪ ਹੋ ਗਏ, ਕਿਤੋਂ ਨਹੀਂ ਮਿਲਦਾ ਪੂਰਾ। ਇਹ ਮਤਲਬ ਸਾਨੂੰ ਕਿਸ ਤੋਂ ਇਹ ਰਾਜਪੂਤ ਤੋਂ ਮਸਾਂ ਹੀ ਮਿਲਿਆ ਇਹ। ਤੇ ਉਹ ਹੁਣ ਤਾਂ ਲੋਹੇ ਦੇ ਉਦੋਂ ਬਾਅਦ ਪੂਰ ਆ ਗਏ ਸੀਗੇ। ਹੁਣ ਤਾਂ ਉਹ ਵੀ ਜ਼ਮਾਨੇ ਚਲੇ ਗਏ ਤਕਰੀਬਨ। ਸੋ ਬਿਲਕੁਲ ਜੀ, ਇੱਥੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਜਿਹੀਆਂ ਨੇ ਜੋ ਕਿ ਸੱਭਿਆਚਾਰ ਦੇ ਨਾਲ ਜੁੜੀਆਂ ਹੋਈਆਂ ਨੇ। ਪਹਿਲੇ ਟਾਈਮ ਦੇ ਵਿੱਚ ਮਿਊਜ਼ਿਕ ਸਿਸਟਮ ਕਿਹੋ ਜਿਹਾ ਸੀਗਾ, ਉਹ ਵੀ ਸਾਰਾ ਕੁਝ ਇੱਥੇ ਹੈ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਇਹ ਸਾਰਾ ਜਿਹੜਾ ਹੈਗਾ ਉਹ ਚੱਲਦੀ ਹਾਲਤ ਦੇ ਵਿੱਚ ਹੈ, ਸਭ ਕੁਝ ਚੱਲਦਾ ਹੈ। ਤੇ ਆਪਾਂ ਸੁਣਾਂਗੇ ਵੀ ਤੇ ਨਾਲ ਦੇ ਨਾਲ ਇਹਨਾਂ ਨੂੰ ਪੁੱਛਦੇ ਚੱਲਦੇ ਹਾਂ ਕਿ ਇਹਨਾਂ ਨੂੰ ਕੀ ਕਹਿੰਦੇ ਨੇ ਤੇ ਕਿਵੇਂ ਇਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਸੀਗਾ। ਇਹ ਜੀ ਤਵੇ ਵਾਲੀਆਂ ਮਸ਼ੀਨਾਂ ਇਹਨੂੰ ਕਹਿੰਦੇ ਸੀਗੇ। ਇਹ ਤਵੇ ਹੁੰਦੇ ਸੀ, ਇਹਨੂੰ ਤਵੇ ਬੋਲਦੇ ਹੁੰਦੇ ਸੀ, ਪੱਥਰ ਦੇ ਤਵੇ, ਪਰ ਹੁੰਦੇ ਲਾਖ ਦੇ ਸੀਗੇ। ਇਹਨਾਂ ਦੀ ਕਲਕੱਤੇ ਕੰਪਨੀ ਹੁੰਦੀ ਸੀ, ਕੁੱਤਾ ਮਾਰਕਾ, ਹੈਜ ਮਾਸਟਰ ਵਾਇਸ ਉਹਦਾ ਨਾਂ ਸੀਗਾ। ਤੇ ਇਹ ਮਨੋਰੰਜਨ ਦਾ ਸਾਧਨ ਤਕਰੀਬਨ ਇਹ ਹੁੰਦੇ ਸੀ, ਬਿਨਾਂ ਬਿਜਲੀ ਤੋਂ। ਇਸ ਤਰ੍ਹਾਂ ਚਾਬੀ ਦੇ ਨਾਲ ਨਾ, ਚਾਬੀ ਦੇ ਕੇ ਚੱਲਦੇ ਹੁੰਦੇ ਸੀ। ਤੇ ਇੱਥੇ ਤੇ ਸੂਈ ਲੱਗ ਜਾਂਦੀ ਸੀ। ਇਹ ਸੂਈ ਲਾ ਕੇ ਜਦੋਂ ਨੂੰ ਇੱਧਰੋਂ ਸੁੱਚ ਛੱਡਣੀ ਇਹਦੀ, ਤੇ ਇਹ ਸਾਰੇ ਚੱਲਦੇ ਨੇ ਜਿੰਨੇ ਵੀ ਤੁਹਾਡੇ ਕੋਲ ਪਏ। ਹਾਂਜੀ, ਇਹ ਸਾਰੇ ਚੱਲਦੇ ਆ ਜੀ। ਤੇ ਇਹ ਹੈਗਾ ਆਪਣਾ ਬਿਜਲੀ ਦਾ ਤੋਂ ਬਾਅਦ ਆ ਗਿਆ
ਹਾਂਜੀ ਇਹ ਫਿਰ ਤਵੇ ਵੀ ਜਿਵੇਂ ਉਹ ਇੱਕ ਪਾਸੇ ਇੱਕ ਸੀ, ਪਹਿਲਾਂ ਇਹਦੇ ਵੀ ਤਵੇ ਆਏ ਜਿਹੜਾ ਇੱਕ ਪਾਸੇ ਇੱਕ ਸੀ, ਫਿਰ 2, ਫਿਰ ਇਹ ਆ ਗਏ LP ਵੱਜਣ ਲੱਗ ਗਏ ਤੇ ਇਹਨਾਂ ਤੇ ਫਿਰ 6 7 ਗੀਤ ਇੱਕ ਪਾਸੇ ਆਉਣ ਲੱਗ ਗਏ। ਟੈਲੀਫੋਨ ਵੀ ਪਹਿਲਾਂ ਤੇ ਇਹ ਸਾਡੀ ਸੁਰਤ ਤੇ ਇਹ ਤਾਂ ਆਪਣਾ ਅੰਗਰੇਜ਼ਾਂ ਮੌਕੇ ਦੇ ਆ, ਆਪਣਾ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਦੇ। ਤੇ ਇਧਰੋਂ ਇਹ ਕੰਨ ਨਾਲ ਲਾਇਆ ਜਾਂਦਾ ਸੀਗਾ, ਇਧਰੋਂ ਇਹ ਥਣੀ ਮੂੰਹ ਥਣੀ ਬੋਲਿਆ ਜਾਂਦਾ ਸੀ ਤੇ ਇੱਥੋਂ ਇਹਦਾ ਡਾਇਲ ਕੀਤਾ ਜਾਂਦਾ ਸੀ ਨੰਬਰ। ਹਾਂਜੀ ਤੇ ਉਸ ਤੋਂ ਬਾਅਦ ਇਹ ਆ ਗਏ, ਇਹ ਤਾਂ ਅਸੀਂ ਦੇਖੇ ਆ, ਇਹ ਤਾਂ ਬਾਹਲੇ ਨਹੀਂ ਪੁਰਾਣੇ, ਇਹ ਕੋਈ 12 14 ਸਾਲ 15 ਸਾਲ ਪਹਿਲਾਂ ਇਸ ਤਰ੍ਹਾਂ ਇਹ ਵੀ ਡਾਇਲ ਇਸੇ ਤਰ੍ਹਾਂ ਹੁੰਦੇ ਚੱਲਦੇ ਰਹੇ। ਫਿਰ ਇਸ ਤੋਂ ਬਾਅਦ ਆ ਗਏ ਉਹ ਜਿਹੜੇ ਸਵਿੱਚਾਂ ਵਾਲੇ ਆ ਗਏ, ਉਹ ਸਵਿੱਚਾਂ ਨੱਪ ਕੇ ਕੀਤੇ ਜਾਂਦੇ। ਉਸ ਤੋਂ ਬਾਅਦ ਫਿਰ ਮੋਬਾਈਲ ਸਿਸਟਮ ਆ ਗਏ ਤੇ ਇਹ ਜਿਹੜੀ ਆਪਣਾ ਸੁਨਿਆਰਿਆਂ ਦੇ ਸੱਗੀ ਫੁੱਲ ਕੁੜੀਆਂ ਦੇ ਉੱਤੇ ਸਿਰਾਂ ਤੇ ਲਾਉਂਦੀਆਂ ਸੀ, ਉਹਦੀ ਡਾਈ ਇਹ ਲਾਖ ਦੇ ਨਾਲ ਇਹਦੇ ਵਿੱਚ ਤਿਆਰ ਕਰਕੇ ਤੇ ਡਾਈ ਤਿਆਰ ਕੀਤੀ ਜਾਂਦੀ। ਉਹ ਵੇਲ ਨਾਲ ਘਰੇ ਉਹ ਕਪਾਹ ਵੇਲੀ ਜਾਂਦੀ ਸੀਗੀ ਤੇ ਜਦੋਂ ਖੱਦਰ ਗਾਂਹ ਦੀਆਂ ਹੌਲੀ ਹੌਲੀ ਬਣਾਉਂਦੇ ਹੁੰਦੇ ਸੀ ਕਪਾਹ ਨੂੰ ਵੇਲ ਕੇ। ਇਸ ਤਰ੍ਹਾਂ ਇਹ ਕਾਰੀਗਰਾਂ ਦੇ ਇਹ ਹੱਥੀਂ, ਹਾਂ ਇਹ ਰੰਦਾ ਜੀ ਤੇ ਇਹ ਗਿਰਮਟ ਵਰਮਾ ਕਹਿੰਦੇ ਸੀ, ਬੜੇ ਜ਼ੋਰ ਨਾਲ ਸੱਲ ਕੱਢਿਆ ਜਾਂਦਾ ਸੀ ਲੱਕੜ ਦੇ ਵਿੱਚ। ਇਹ ਕਮਾਨਚੀ ਵਰਮੇ ਹੁੰਦੇ ਸੀ, ਇਹ ਵੀ ਕਮਾਨ ਉੱਤੇ ਪਾਈ ਹੁੰਦੀ ਸੀ, ਜਿਸ ਤਰ੍ਹਾਂ ਸਰੰਗੀ ਵੱਜਦੀ ਨਾ ਉਸੇ ਤਰ੍ਹਾਂ ਇਹਨੂੰ ਚਲਾਉਂਦੇ ਸੀਗੇ। ਇਹ ਸਾਰਾ ਡੈਕੋਰੇਸ਼ਨ ਦਾ ਸਮਾਨ ਕੁੜੀਆਂ ਆਪਦੇ ਦਾਜ ਦੇ ਵਿੱਚ ਲਿਆਉਂਦੀਆਂ ਹੁੰਦੀਆਂ ਸੀ। ਹਾਂਜੀ ਇਸ ਤਰ੍ਹਾਂ ਉਹ ਸਾਰਾ ਰੇਡੀਓ ਵਗੈਰਾ ਵੀ ਹਾਂਜੀ ਇਹ ਰੇਡੀਓ ਹੈ ਜੀ। ਇਹ ਪਹਿਲਾਂ ਇਹ ਟਿਊਬਾਂ ਵਾਲੇ ਰੇਡੀਓ ਚੱਲੇ ਸੀਗੇ, ਇਹਨਾਂ 'ਚ ਟਿਊਬਾਂ ਹੁੰਦੀਆਂ ਸੀ। ਨਹੀਂ ਜੀ ਇਹ 'ਚ ਟਿਊਬ, ਹਾਂ ਲਾਇਸੈਂਸ ਇਹਨਾਂ ਦਾ ਸੀਗਾ, ਪਰ ਇਹ ਹੁਣ ਆ ਇਹਨਾਂ ਦੀਆਂ ਟਿਊਬਾਂ ਦਾ ਸਿਸਟਮ ਹੁਣ ਮਿਲਦਾ ਨਹੀਂਗਾ। ਟਿਊਬਾਂ ਜਦੋਂ ਫਿਊਜ਼ ਹੋ ਜਾਂਦੀ ਹੈ ਇਹ ਨਹੀਂ ਹੁਣ ਚੱਲਦੇ ਤੇ ਉਹ ਦੂਸਰੇ ਰੇਡੀਓ ਹੁਣ ਜਿਹੜੇ ਬਿਨਾਂ ਟਿਊਬਾਂ ਤੋਂ ਉਹ ਚੱਲਦੇ ਆ। ਇਹਨਾਂ ਦੇ ਪਹਿਲਾਂ ਲਾਇਸੈਂਸ ਚਾਲੂ ਹੋਏ ਟੈਲੀਵਿਜ਼ਨਾਂ ਦੇ ਵੀ, ਤੇ ਇਹ ਤਾਂ ਹੈਗਾ ਟੈਲੀਵਿਜ਼ਨ ਦਾ ਲਾਇਸੈਂਸ, ਪਰ ਰੇਡੀਓ ਦਾ ਵੀ ਆ ਵੇਖੋ, ਰੇਡੀਓ ਟੈਲੀਵਿਜ਼ਨ ਅਬਲੀਕ ਅੰਗਰੇਜ਼ੀ 'ਚ ਵੀ ਲਿਖਿਆ ਤੇ ਰੇਡੀਓ ਦੇ ਵੀ ਇਸੇ ਤਰ੍ਹਾਂ ਹੀ ਹੁੰਦੇ ਸੀ। ਇਹ ਜਿਹੜਾ ਘਰ ਦਾ ਸਾਡਾ ਰੇਡੀਓ ਨਾ, ਇਹ 2 ਵਾਰ ਮੈਂ ਵੀ ਲਾਇਸੈਂਸ ਰਿਨਿਊ ਕਰਾਉਂਦਾ ਰਿਹਾ ਤੇ ਇਹ ਸਾਰਾ ਡਰੈਸ ਲੈ ਕੇ ਇਹ ਨਿਊ ਕਰਦੇ। ਪਹਿਲੇ ਟਾਈਮ ਦੇ ਵਿੱਚ ਜਦੋਂ ਰੇਡੀਓ ਰੱਖੇ ਜਾਂਦੇ ਸੀ ਤੇ ਉਹਦੇ ਲਈ ਲਾਇਸੈਂਸ ਬਣਾਉਣਾ ਪੈਂਦਾ ਸੀਗਾ ਤੇ ਉਹਨੂੰ ਰੀਨਿਊ ਵੀ ਕਰਵਾਉਣਾ ਪੈਂਦਾ ਸੀਗਾ, ਤਾਂ ਉਹ ਵੀ ਇਹਨਾਂ ਨੇ ਸਾਂਭ ਕੇ ਲਾਇਸੈਂਸ ਜਿਹੜੇ ਉਹ ਇਸੇ ਤਰੀਕੇ ਦੇ ਬਣਦੇ ਹੁੰਦੇ ਸੀਗੇ। ਹਾਂਜੀ ਤੇ ਉਸ ਤੋਂ ਪਹਿਲਾਂ ਜਿਹੜਾ ਸਾਈਕਲਾਂ ਦੇ ਲਾਇਸੈਂਸ ਆ ਉਹ ਵੀ ਹੈਗਾ, ਉਹ ਵੀ ਸਾਈਕਲਾਂ ਦੇ ਵੀ ਲਾਇਸੈਂਸ ਹੁੰਦੇ ਸੀ ਇਸ ਤਰ੍ਹਾਂ। ਇਹ ਸਾਈਕਲ ਦਾ ਲਾਇਸੈਂਸ ਹੈ, ਇਹ ਵੀ ਰੀਨਿਊ ਕਰਾਉਣਾ ਪੈਂਦਾ ਸੀ। ਆਵੇ 2.25 ਰੁਪਏ ਦੇ ਵਿੱਚ 1 ਸਾਲ ਵਾਸਤੇ ਉਹਦੀ ਪਰਮਿਸ਼ਨ ਦਿੰਦੇ ਸੀਗੇ ਤੇ ਇੱਕ ਸਾਈਕਲ ਦੇ ਨਾਲ ਪਿੱਤਲ ਦਾ ਟੋਕਨ ਦੇ ਦਿੰਦੇ ਸੀ। ਉਹਦੇ 'ਚ ਵੀ ਉਹ ਪੰਚਾਇਤ ਸਮਿਤੀ ਦੀ ਮੋਹਰ ਲਾਉਂਦੇ ਸੀ ਵੀ ਕਿਹੜੇ ਸੰਨ ਦਾ ਉਹ ਸੰਨ ਉਕਰਿਆ ਹੁੰਦਾ ਸੀ ਉਹਦੇ ਤੇ ਨਹੀਂ ਉਹ ਜਿਵੇਂ ਪੁਲਿਸ ਵਾਲੇ ਹੁਣ ਨਾਕੇ ਲਾਉਂਦੇ, ਉਹ ਪੁਲਿਸ ਵਾਲੇ ਫੜ ਲੈਂਦੇ ਜੇ ਉਹ ਨਹੀਂ ਸੀ ਹੁੰਦਾ ਤਾਂ। ਸਾਈਕਲ ਚਲਾਉਣ ਦੇ ਲਈ ਵੀ ਸਾਨੂੰ ਲਾਇਸੈਂਸ ਦੀ ਜ਼ਰੂਰਤ ਸੀ, ਅੱਜ ਕੱਲ੍ਹ ਤਾਂ ਕੋਈ ਨਹੀਂ ਪੁੱਛਦਾ। 2.25 ਰੁਪਏ ਜੇ ਨਿਊ ਹੁੰਦਾ ਸੀ, ਉਹਨਾਂ ਨੇ ਜੁਰਮਾਨਾ ਕਰਕੇ 4-5 ਰੁਪਏ ਦਾ ਉਹਨਾਂ ਨੇ ਟੈਕਸ ਲਾ ਦੇਣਾ ਉੱਤੇ, ਜਾਂ 4-5 ਰੁਪਏ 'ਚ ਬਣਾ ਦੇਣਾ। ਇਸੇ ਤਰ੍ਹਾਂ ਕੋਈ ਆ ਪੁਰਾਣਾ ਸਵਿੱਚਾਂ ਹੀ ਪਹਿਲਾਂ ਇਸ ਤਰ੍ਹਾਂ ਚੱਲਦੀਆਂ ਹੁੰਦੀਆਂ ਸੀ, ਹੁਣ ਹੋਰ ਟਾਈਪ ਦੀਆਂ ਆ ਗਈਆਂ। ਪਹਿਲਾਂ ਸ਼ਟਰ ਵਾਲੇ ਇਹ ਰੇਡੀਓ ਚੱਲੇ, ਟੀਵੀ ਚੱਲੇ। ਹਾਂਜੀ ਤੇ ਇਹਨੂੰ ਲੋਕ ਲੱਗ ਜਾਂਦਾ ਸੀਗਾ। ਫਿਰ ਘਰੇ ਆਪਣਾ ਨਵਾਰ ਬੁਣਨ ਵਾਲਾ, ਪਹਿਲਾਂ ਜਿਹੜੇ ਬੈੱਡ ਆਉਂਦੇ ਨੇ ਉਹ ਨਵਾਰ ਦੇ ਹੁੰਦੇ ਸੀਗੇ, ਨਵਾਰ ਨਾਲ ਬੁਣੇ ਹੁੰਦੇ। ਇਹ ਅੱਡਾ ਘਰੇ ਨਵਾਰ ਬੁਣ ਲੈਂਦੇ ਸੀਗੇ ਤੇ ਇਹ ਘੋੜੇ ਦੇ ਮਤਲਬ ਮੱਥੇ ਦੀਆਂ ਸੀਰੀਆਂ ਸ਼ੌਕ ਦੇ ਨਾਲ ਇਹ ਘੋੜੇ ਦਾ ਕੰਡਿਆਲਾ ਇਹ ਮੂੰਹ ਵਿੱਚ ਕਾਬੂ ਕਰਨ ਲਈ ਪਾਇਆ ਜਾਂਦਾ ਸੀਗਾ। ਤੇ ਇਹ ਟੋਕਾ ਜਦੋਂ ਹੱਥਾਂ ਨਾਲ ਇਹਦੇ ਨਾਲ ਟੋਕੇ, ਸਰਦਾਰ ਅਰਜਨ ਸਿੰਘ ਦੀ ਵਿਰਾਸਤ ਹੈ ਸਾਡੇ ਪਿੰਡ, ਇਹ ਖੂਹ ਵੀ ਲਾਉਂਦੇ ਹੁੰਦੇ ਸੀ ਬਜ਼ੁਰਗ ਸਾਡੇ, ਤੇ ਉਹ ਹੱਥਾਂ ਨਾਲ ਇਹ ਪੱਠੇ ਕੁਤਰਦੇ ਹੁੰਦੇ ਸੀ ਪਸ਼ੂਆਂ ਵਾਸਤੇ। ਤੇ ਫਿਰ ਇਹ ਟੀਵੀ ਆ ਗਏ ਜੀ, ਇਹ ਬਲੈਕ ਐਂਡ ਵਾਈਟ, ਤੇ ਆਹ ਐਂਟੀਨੇ ਨਾਲ ਸਾਰੇ ਇਹ ਸ਼ਟਰ ਵਾਲੇ ਵੀ ਤੇ ਇਹ ਟੀਵੀ ਆਹ ਐਂਟੀਨੇ ਨਾਲ ਚੱਲਦੇ ਹੁੰਦੇ ਸੀ। ਹਾਂਜੀ ਐਂਟੀਨੇ ਲੱਗਦੇ ਹੁੰਦੇ ਸੀ। ਹਾਂਜੀ ਇਹ ਐਂਟੀਨਾ ਅੱਗੇ ਪਿੱਛੇ ਹੋ ਜਾਣ ਤੇ ਫੋਟੋ ਆਉਣੀ ਹਟ ਜਾਣੀ, ਫਿਰ ਉਹਨੂੰ ਘੁਮਾਉਂਦੇ ਰਹਿਣਾ। ਕਈ ਵਾਰ ਨਾ 10-15 ਮਿੰਟ ਘੁਮਾਉਂਦੇ ਉਹ ਅੱਧਾ ਪ੍ਰੋਗਰਾਮ ਜਾਂ ਲੰਘ ਜਾਣਾ। ਕਈ ਨੌਜਵਾਨਾਂ ਨੂੰ ਐਂਟੀਨਾ ਦੇਖ ਕੇ ਪੁਰਾਣੀਆਂ ਯਾਦਾਂ ਜ਼ਰੂਰ ਜਿਹੜੀਆਂ ਉਹ ਤਾਜ਼ੀਆਂ ਹੋਈਆਂ ਹੋਣੀਆਂ, ਕਿਉਂਕਿ ਆਪਾਂ ਵੀ ਕੋਈ ਟਾਈਮ ਸੀਗਾ ਜਦੋਂ ਐਵੇਂ ਟੀਵੀ ਦੇਖਦੇ ਤੇ ਇੱਕ ਜਾਣੇ ਨੇ ਉੱਪਰ ਚਲੇ ਜਾਣਾ ਹੈ ਨਾ ਐਂਟੀਨਾ ਸੈੱਟ ਕਰਨ ਦੇ ਲਈ, ਸੈੱਟ ਕਰਦੇ ਵੀ ਕਾਫੀ ਚਿਰ ਲੱਗ ਜਾਣਾ। ਹਾਂ ਇਹ ਪਹਿਲਾਂ ਜਿਹੜੀ ਉਹ ਗੱਡੀਆਂ ਵਾਲੀ ਦੀ ਗੱਲ ਕੀਤੀ ਹੈ, ਉਹ ਬੱਚਿਆਂ ਵਾਸਤੇ ਆ ਗੱਡੀਆਂ ਬਣਾ ਕੇ ਦੇ ਕੇ ਜਾਂਦੇ ਹੁੰਦੇ ਸੀ। ਉਹਨਾਂ ਨੇ ਤੂੜੀ ਲੈ ਜਾਣੀ ਜਾਂ ਪੱਠਿਆਂ ਦੇ 2-4 ਟੋਕਰੇ ਲੈ ਜਾਣੇ ਤੇ ਇਹ ਗੱਡੀ ਬਣਾ ਦੇਣੀ। ਫਿਰ ਜਿਹੜੇ ਸਾਡੇ ਬੱਚੇ ਸੀ ਫਿਰ ਉਹਨੂੰ ਇਸ ਤਰ੍ਹਾਂ ਉਹ ਜਿਵੇਂ ਟਰੈਕਟਰ ਆ, ਉਹ ਟੈਂਪੂ ਆ, ਇਸ ਤਰ੍ਹਾਂ ਲੋਹੇ ਦੀਆਂ ਇਹ ਖੇਡਾਂ ਹੋਣ ਲੱਗ ਗਈਆਂ। ਤੇ ਉਸ ਤੋਂ ਬਾਅਦ ਤਾਂ ਹੁਣ ਪਤਾ ਹੀ ਨਹੀਂ ਵੀ ਖੇਡਾਂ ਬੱਚਿਆਂ ਦੀਆਂ ਇਲੈਕਟ੍ਰੋਨਿਕ ਆ ਗਈਆਂ। ਹਾਂਜੀ ਬਿਜਲੀ ਤੇ ਆ ਗਏ, ਸਿੱਲਾਂ ਤੇ ਆ ਗਈਆਂ ਤੇ ਜ਼ਮਾਨੇ ਕਾਫੀ ਹੁਣ ਤੇਜ਼ੀ ਨਾਲ ਬਦਲ ਗਏ। ਸੋ ਜੀ ਸਾਡੇ ਨਾਲ ਹੁਣ ਜਿਹੜਾ ਹੈ ਗੁਰਲਾਲ ਸਿੰਘ, ਇਹਨਾਂ ਦੇ ਜਿਹੜਾ ਹੈਗਾ ਭਤੀਜਾ ਲੱਗਦੇ ਨੇ ਤੇ ਇਹ ਵੀ ਸਾਡੇ ਨਾਲ ਜੁੜੇ ਨੇ ਤੇ ਇਹਨਾਂ ਨੇ ਵੀ ਬਹੁਤ ਜਿਹੜਾ ਹੈਗਾ ਇਹਨਾਂ ਦਾ ਸਾਥ ਦਿੱਤਾ ਇਹਨਾਂ ਸੱਭਿਆਚਾਰਕ ਚੀਜ਼ਾਂ ਨੂੰ। ਸੋ ਵਧੀਆ ਗੱਲ ਹੈ ਕਿ ਨੌਜਵਾਨ ਜਿਹੜੇ ਆ ਉਹ ਅੱਗੇ ਆ ਰਹੇ ਨੇ ਪੰਜਾਬੀ ਸੱਭਿਆਚਾਰ ਨੂੰ ਬਚਾ ਕੇ ਰੱਖਣ ਦੇ ਵਿੱਚ। ਸੋ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੇ ਤੁਸੀਂ ਸਾਨੂੰ ਥੋੜਾ ਜਿਹਾ ਦੱਸੋ ਕਿ ਜਿਵੇਂ ਕਿ ਆ ਲੱਕੜ ਦੇ ਹੈ ਨਾ ਚਰਖੇ ਪਹਿਲਾਂ ਫਿਰ ਬਾਅਦ ਵਿੱਚ ਲੋਹੇ ਦੇ ਆਏ, ਉਹਦੇ ਬਾਰੇ ਸਾਨੂੰ ਥੋੜਾ ਦੱਸੋ। ਸਾਰਿਆਂ ਪਹਿਲਾਂ ਸਤਿ ਸ੍ਰੀ ਅਕਾਲ ਤੁਹਾਡਾ ਸਾਰੀ ਟੀਮ ਦਾ ਹੀ। ਤੇ ਇਹ ਪੁਰਾਣੀ ਵਿਰਾਸਤ ਹੀ ਹੈ ਜੋ ਇਹ ਪੁਰਾਣੇ ਬਜ਼ੁਰਗ ਜੋ ਵਰਤਦੇ ਹੁੰਦੇ ਸੀਗੇ।
ਇਹ ਇੱਕ ਹਿਸਾਬ ਦੀ ਜਿਵੇਂ ਅੱਜ ਕੱਲ੍ਹ ਤਾਂ ਪੇਟੀਆਂ ਵਗੈਰਾ ਵਰਤਣ ਲੱਗ ਗਏ, ਇਹ ਪੁਰਾਣੀਆਂ ਜਿਵੇਂ ਆਪਣੀਆਂ ਬਜ਼ੁਰਗ ਬੀਬੀਆਂ ਵਗੈਰਾ ਉਹ ਇਹ ਵਰਤਦੇ ਹੁੰਦੇ ਜਿਹੜੇ ਦਾਜ ਦੇ ਵਿੱਚ ਆਉਂਦੇ ਹੁੰਦੇ ਸੀ, ਜਿਵੇਂ ਮਾਵਾਂ ਵਗੈਰਾ ਇਹ ਲੈ ਕੇ ਆਉਂਦੇ ਹੁੰਦੇ ਸੀਗੇ। ਇਹ ਚਰਖੇ ਜਿੱਦਾਂ ਇਹ ਥੋੜ੍ਹੇ ਪਹਿਲਾਂ ਇਹ ਪੁਰਾਣੇ ਹੁੰਦੇ ਸੀ, ਇਹਦੇ ਲੱਕੜ ਦੀ ਹੁੰਦੀ ਸੀ। ਇਸ ਤੋਂ ਬਾਅਦ ਜਿਵੇਂ ਹੌਲੀ ਹੌਲੀ ਤਰੱਕੀ ਦੇ ਨਾਲ ਨਾਲ ਇਹਨਾਂ ਨੂੰ ਲੋਹੇ ਦੇ ਚਰਖੇ ਆਉਣ ਲੱਗੇ, ਇਸ ਤਰ੍ਹਾਂ ਚਰਖੇ ਵਰਤੇ ਜਾਂਦੇ ਸੀਗੇ। ਸੋ ਬਿਲਕੁਲ ਜੀ, ਜਿਵੇਂ ਕਿ ਤੁਸੀਂ ਨੌਜਵਾਨ ਪੀੜ੍ਹੀ ਦੀ ਮੈਂ ਗੱਲ ਕੀਤੀ ਹੈ, ਸੋ ਸੱਭਿਆਚਾਰ ਤੋਂ ਕਿਤੇ ਨਾ ਕਿਤੇ ਦੂਰ ਹੈ, ਤਾਂ ਸੋ ਇੱਦਾਂ ਦੇ ਐਗਜ਼ਾਮਪਲ ਵੀ ਸਾਡੇ ਕੋਲ ਹੈਗੇ ਨੇ ਜਿਹੜੇ ਕਿ ਪੰਜਾਬੀ ਸੱਭਿਆਚਾਰ ਦੇ ਨਾਲ ਜੁੜ ਕੇ ਖੁਸ਼ ਨੇ। ਸੋ ਤੁਸੀਂ ਕਦੋਂ ਕੁ ਜਿਹੜਾ ਹੈਗਾ ਆਪਣੇ ਤਾਇਆ ਜੀ ਨੂੰ ਸਪੋਰਟ ਕਰਨੀ ਸ਼ੁਰੂ ਕਰ ਦਿੱਤੀ, ਜਦੋਂ ਤੁਹਾਨੂੰ ਪਤਾ ਲੱਗਾ ਵੀ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰ ਰਹੇ ਨੇ, ਤੇ ਤੁਹਾਨੂੰ ਕਿਹੋ ਜਿਹਾ ਲੱਗਾ ਤੇ ਤੁਸੀਂ ਕਿਸ ਤਰ੍ਹਾਂ ਆਪਣਾ ਜਿਹੜਾ ਹੈਗਾ ਯੋਗਦਾਨ ਦਿੱਤਾ ਇਹਦੇ ਵਿੱਚ? ਮੈਂ ਤਾਇਆ ਜੀ ਦੇ ਨਾਲ ਛੋਟੇ ਹੁੰਦਿਆਂ ਤੋਂ ਹੀ ਜਿਵੇਂ ਯੋਗਦਾਨ ਦੇ ਰਿਹਾ ਵਾਂ, ਅਤੇ ਜਿੱਦਾਂ ਮੈਂ ਫ੍ਰੀ ਟਾਈਮ ਵੈਸੇ ਤਾਂ ਨਾਲ ਮੈਂ ਸਟੱਡੀ ਕਰ ਰਿਹਾ ਵਾਂ, ਡਿਪਲੋਮਾ ਕਰ ਰਿਹਾ ਵਾਂ, ਅਤੇ ਨਾਲ ਹੁਣ ਜਿੱਦਾਂ ਲੋਕਡਾਊਨ ਹੈ ਉਸ ਦੇ ਨਾਲ ਜਿੱਦਾਂ ਮੈਂ ਲੋਕਡਾਊਨ ਦੇ ਵਿੱਚ ਹੁਣ ਸਟੱਡੀ ਤੋਂ ਇਲਾਵਾ ਹੁਣ ਫ੍ਰੀ ਸੀਗਾ ਫ੍ਰੀ ਟਾਈਮ ਮੈਂ ਇੱਥੇ ਤਾਇਆ ਜੀ ਦੇ ਨਾਲ ਦਿੱਤਾ ਵਾ। ਅਤੇ ਨਾਲ ਮੈਨੂੰ ਵੀ ਇੱਕ ਸ਼ੌਂਕ ਪੈ ਚੱਲਿਆ ਵਿਰਾਸਤ ਦਾ, ਉਹਨਾਂ ਤੋਂ ਨਾਲ ਇੱਕ ਗੱਲਾਂ ਸਿੱਖਣ ਨੂੰ ਵੀ ਮਿਲਦੀਆਂ, ਜਿੱਦਾਂ ਹੀ ਪੁਰਾਣਾ ਜਿੱਦਾਂ ਟਾਈਮ ਬਹੁਤ ਵਧੀਆ ਹੁੰਦਾ ਸੀ, ਸਾਂਝਾ ਪਰਿਵਾਰ ਹੁੰਦਾ ਸੀਗਾ, ਇਸ ਤਰ੍ਹਾਂ ਹੀ ਮੈਨੂੰ ਨਾਲ ਸ਼ੌਂਕ ਪੈ ਚੱਲਿਆ। ਤੁਸੀਂ ਵੀ ਪੁਰਾਣੀਆਂ ਗੱਲਾਂ ਸੁਣਦੇ ਹੋਵੋਗੇ ਹਵੇਲੀ ਦੀਆਂ, ਜਿੱਦਾਂ ਇੱਥੇ ਰੌਣਕਾਂ ਲੱਗੀਆਂ ਹੁੰਦੀਆਂ ਸੀਗੀਆਂ, ਸੋ ਤੁਹਾਡਾ ਵੀ ਦਿਲ ਕਰਦਾ ਹੋਊਗਾ ਕਿ ਉਹ ਵੀ ਟਾਈਮ ਪਹਿਲਾਂ ਵਾਲਾ ਵਾਪਸ ਆਉਣਾ ਚਾਹੀਦਾ ਹੈ, ਕਰਦਾ? ਹਾਂਜੀ ਹਾਂਜੀ, ਪੁਰਾਣਾ ਇੱਕ ਬਹੁਤ ਰੌਣਕੀ ਪਰਿਵਾਰ ਹੁੰਦਾ ਸੀਗਾ ਜੀ। ਜਿਵੇਂ ਤਾਇਆ ਜੀ ਮੈਨੂੰ ਬਹੁਤ ਹੀ ਜ਼ਿਆਦਾ ਗੱਲਾਂ ਦੱਸਦੇ ਆ, ਜੋ ਇਹੋ ਜਿਹੀਆਂ ਡੂੰਘੀਆਂ ਗੱਲਾਂ ਵੀ ਇਹਨਾਂ ਨੇ ਦੱਸੀਆਂ, ਅਤੇ ਕੁਝ ਸਿੱਖਣ ਵਾਲੀਆਂ ਗੱਲਾਂ ਵੀ ਜੋ ਮੇਰੇ ਗਾਂਹ ਕੰਮ ਆਉਣਗੀਆਂ, ਇਹੋ ਜਿਹੀਆਂ ਗੱਲਾਂ ਵੀ ਦੱਸੀਆਂ। ਹੁਣ ਤੁਸੀਂ ਅੱਗੇ ਜਿੱਦਾਂ ਕਿ ਇਹਨਾਂ ਨੇ ਸੱਭਿਆਚਾਰ ਨੂੰ ਇੱਕ ਜਿਹੜਾ ਹੈਗਾ ਅਗਲੀਆਂ ਪੀੜ੍ਹੀਆਂ ਦੇ ਲਈ ਰੱਖਿਆ ਹੋਇਆ ਹੈ, ਸੰਜੋ ਕੇ ਰੱਖਿਆ ਹੋਇਆ ਹੈ, ਤੁਸੀਂ ਉਹਦੇ ਲਈ ਯੋਗਦਾਨ ਜਿਹੜਾ ਹੈਗਾ ਸੱਭਿਆਚਾਰ ਨੂੰ ਅੱਗੇ ਬਚਾ ਕੇ ਰੱਖਣ ਦੇ ਲਈ ਜਾਂ ਉਸ ਚੀਜ਼ ਨੂੰ ਅੱਗੇ ਤੋਂ ਅੱਗੇ ਕਰਦੇ ਰੱਖਣ ਦੇ ਲਈ ਕੀ ਕਰੋਗੇ? ਹਾਂਜੀ, ਜਿੱਦਾਂ ਹੁਣ ਤਾਇਆ ਜੀ ਨੇ ਜਿੱਦਾਂ ਹੁਣ ਮੇਰੇ 'ਤੇ ਹੀ ਆ ਰਹੀ ਹੈ ਗੱਲ, ਹੈ ਨਾ ਜੀ, ਇਸ ਤਰ੍ਹਾਂ ਹੁਣ ਜਿਵੇਂ ਅਗਲੀ ਪੀੜ੍ਹੀ ਲਈ ਇੱਕ ਸੌਖਾ, ਜਿਵੇਂ ਹੁਣ ਮੈਨੂੰ ਤਾਂ ਚਲੋ ਸ਼ੌਂਕ ਪੈ ਹੀ ਚੱਲਿਆ, ਨਾਲ ਇੱਕ ਹੋਰ ਲੋਕਾਂ ਦਾ ਵੀ ਸਾਥ ਦੀ ਜ਼ਰੂਰਤ ਆ ਕਿ ਇਸ ਚੀਜ਼ ਨੂੰ ਜੇ ਸੱਭਿਆਚਾਰ ਬਚਾ ਕੇ ਸੰਭਾਲ ਕੇ ਰੱਖਿਆ ਜਾਵੇ, ਇਸ ਤਰ੍ਹਾਂ ਹੀ ਆਪਣਾ ਸੱਭਿਆਚਾਰ ਬਣਿਆ ਰਹੂਗਾ ਤਾਂ ਕਿ ਅਲੋਪ ਨਾ ਹੋ ਸਕੇ। ਸੋ ਹੁਣ ਆਪਾਂ ਮਿਊਜ਼ੀਅਮ ਦੇ ਵਿੱਚ ਜਿਹੜਾ ਹੈਗਾ ਪਹੁੰਚ ਗਏ ਆ। ਅੰਕਲ ਜੀ ਹੁਣਾਂ ਨੇ ਮਿਊਜ਼ੀਅਮ ਬਣਾਇਆ ਹੋਇਆ ਲੱਕੜ ਦੇ ਨਾਲ, ਜਿਹੜਾ ਹੈਗਾ ਲੱਕੜ ਤੇ ਪੱਥਰਾਂ ਦੇ ਉੱਤੇ ਕਲਾ ਕੀਤੀ ਹੋਈ ਹੈ। ਸੋ ਲੱਕੜ ਦੇ ਨਾਲ ਜਿਵੇਂ ਕਿ ਤੁਹਾਨੂੰ ਦਿਖਾਉਣਾ ਚਾਹੁੰਦੀ ਹਾਂ ਕਿ ਘੋੜਾ ਬਣਿਆ ਹੋਇਆ ਹੈ, ਕਿਵੇਂ ਜੜ੍ਹਾਂ ਦਾ ਜਿਹੜਾ ਹੈਗਾ ਬਾਲਾਂ ਦਾ ਰੂਪ ਦੇ ਦਿੱਤਾ, ਪੂਛ ਦਾ ਰੂਪ ਦੇ ਦਿੱਤਾ, ਤੇ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਕਿ ਦੇਖੋ ਤੁਸੀਂ ਜਿਹੜਾ ਹੈਗਾ ਪੁਰਾਣੇ ਟਾਈਮ ਦੇ ਵਿੱਚ ਆਪਾਂ ਲਿਖਦੇ ਹੁੰਦੇ ਸੀ, ਕਲਮਾਂ ਹੁੰਦੀਆਂ ਸੀਗੀਆਂ, ਬਹੁਤ ਸਾਰੀਆਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਸਾਂਭ ਕੇ ਰੱਖੀਆਂ ਹੋਈਆਂ ਸੀ। ਤੇ ਲੱਕੜ ਦਾ ਜਿਵੇਂ ਹੈ ਨਾ ਸੱਪ ਬਣਾਇਆ ਹੋਇਆ, ਉਹਦੇ ਉੱਤੇ ਉਹਦੀ ਡਿਜ਼ਾਈਨਿੰਗ ਕੀਤੀ ਹੈ ਜਿਵੇਂ ਸੱਪ ਦੇ ਉੱਤੇ ਹੁੰਦੀ ਆ। ਸੋ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਮੈਸੇਜ ਵੀ ਦਿੱਤੇ ਹੋਏ ਨੇ, ਜਿਵੇਂ ਕਿ ਉੱਪਰ ਜਿਹੜਾ ਹੈਗਾ ਭ੍ਰਸ਼ਟਾਚਾਰ ਦਾ ਮੈਸੇਜ ਦਿੱਤਾ ਹੈ ਕਿ ਕਿਵੇਂ ਆਦਮੀ ਹੀ ਆਦਮੀ ਨੂੰ ਖਾ ਰਿਹਾ ਹੈ। ਸੋ ਇੱਧਰ ਵੀ ਮੈਂ ਤੁਹਾਨੂੰ ਦਿਖਾਉਣਾ ਚਾਹੂੰਗੀ, ਲਿਖਿਆ ਹੈ ਚੱਲ ਚਲੀਏ ਜਰਗ ਦੇ ਮੇਲੇ, ਮੁੰਡਾ ਤੇਰਾ ਮੈਂ ਚੱਕ ਲੂੰ। ਸੋ ਅੰਮੀਏ ਇਹ ਚੱਕ ਲੈ, ਬਹੁਤ ਸੋਹਣੇ ਜਿਹੜੀਆਂ ਹੈਗੀਆਂ ਚੀਜ਼ਾਂ, ਹਰ ਇੱਕ ਚੀਜ਼ ਨੂੰ ਹਰ ਇੱਕ ਰੰਗ ਪਾਇਆ ਹੈ, ਚਾਹੇ ਉਹ ਕੋਈ ਮੈਸੇਜ ਹੈ, ਚਾਹੇ ਉਹ ਮੇਲੇ ਜਾਣ ਦੀ ਗੱਲ ਹੈ, ਹਰ ਇੱਕ ਚੀਜ਼ ਨੂੰ ਜਿਹੜਾ ਹੈਗਾ ਇਹਨਾਂ ਨੇ ਆਪਣੇ ਕਲਾ ਦੇ ਥਰੂ ਜਿਹੜਾ ਹੈਗਾ ਉਹ ਦਰਸਾਇਆ ਹੈ। ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਉਹ ਪੁੱਛਦੇ ਆ, ਤਾਂ ਸਰ ਜਦੋਂ ਤੁਸੀਂ ਇਹ ਸ਼ੁਰੂ ਕੀਤਾ ਸੀਗਾ ਤਾਂ ਕਿਵੇਂ ਜਿਹੜਾ ਹੈਗਾ ਫੁਰਨਾ ਫੁਰਿਆ ਇਹ ਕਿ ਲੱਕੜਾਂ ਤੋਂ ਇੰਨੀ ਕਲਾ ਬਣਾ ਕੇ ਸੱਪ ਬਣਾਉਣੇ ਆ ਜਾਂ ਕੋਈ ਮੈਸੇਜ ਦੇਣਾ ਆ? ਹਾਂਜੀ, ਜਿਵੇਂ ਤੁਹਾਨੂੰ ਮੈਂ ਦੱਸਿਆ, ਮੈਨੂੰ ਡਰਾਇੰਗ ਦਾ ਤਾਂ 5ਵੀਂ 6ਵੀਂ ਜਮਾਤ ਤੋਂ, ਚੌਥੀ ਜਮਾਤ ਤੋਂ ਹੀ ਸੀਗਾ ਸ਼ੌਕ। ਉਸ ਤੋਂ ਬਾਅਦ ਉਹ ਚਲੋ ਉੱਥੋਂ ਤੱਕ ਰਹਿ ਗਿਆ ਅਤੇ ਸ਼ੌਕ ਬਾਹਰ ਨਹੀਂ ਹੋਇਆ ਮੇਰਾ। ਅਤੇ ਇਸ ਤੋਂ ਬਾਅਦ ਜਦੋਂ ਅਸੀਂ ਘਰ ਪਾਇਆ ਨਾ, ਅਤੇ ਇੱਥੇ ਇੱਕ ਪੱਥਰ ਪਹਿਲੇ ਪਾਸੇ ਆ ਉਹ, ਅਤੇ ਉਹ ਵਿੱਚੋਂ ਨਿਕਲਿਆ। ਚਾਹੂੰਗੀ ਕਿ ਪਹਿਲਾ ਪੱਥਰ ਜਿਹੜਾ ਮਿਲਿਆ ਸੀ ਜਿਨ੍ਹਾਂ ਦੇ ਉੱਤੇ ਕਲਾ ਕੀਤੀ ਸੀ ਉਹ ਇਹ ਪੱਥਰ ਸੀਗਾ, ਇੱਥੋਂ ਇਹਨਾਂ ਨੇ ਸ਼ੁਰੂਆਤ ਕੀਤੀ, ਫਿਰ ਆਹ ਸਾਰੀਆਂ ਚੀਜ਼ਾਂ ਬਣਦੀਆਂ ਗਈਆਂ। ਫਿਰ ਜਦੋਂ ਉਹ ਵਧੀਆ ਬਣ ਗਿਆ, ਫਿਰ ਮੈਨੂੰ ਇੱਕ ਪੱਥਰ ਤੋਂ ਦੋ ਤੋਂ ਚਾਰ, ਫਿਰ ਉਸ ਤੋਂ ਬਾਅਦ ਫਿਰ ਉਹ ਲੱਕੜਾਂ ਦਾ ਮੇਰਾ ਹੋ ਗਿਆ। ਫਿਰ ਕੋਈ ਵੇਸਟ ਆ ਚੀਜ਼ਾਂ ਹੋ ਗਿਆ, ਜਿਵੇਂ ਉਹ ਪੱਥਰ ਖੰਭੇ ਦੀ ਟੁੱਟੀ ਘੁੱਗੀ ਹੈ, ਕੋਈ ਫੋਮ ਦੀਆਂ ਚੀਜ਼ਾਂ ਬਣੀਆਂ, ਅਤੇ ਇਸ ਤਰ੍ਹਾਂ ਸਾਰਾ ਹੌਲੀ ਹੌਲੀ ਮੇਰਾ ਸ਼ੌਕ ਵੱਧਦਾ ਗਿਆ। ਜੋ ਕੁਦਰਤੀ ਰੂਪ ਹੁੰਦਾ ਇਹਨਾਂ ਦੇ ਵਿੱਚ, ਤੁਸੀਂ ਵੇਖੋ ਮੈਂ ਥੋੜ੍ਹਾ ਬਹੁਤਾ ਹੀ ਛਿਲਾਈ ਕਰਦਾ, ਜਿਵੇਂ ਸੱਕ ਵੀ ਉਸੇ ਤਰ੍ਹਾਂ ਸਾਰੀਆਂ ਚੀਜ਼ਾਂ ਲੱਕੜ ਹੂਬਹੂ ਤਿਵੇਂ ਉਵੇਂ ਹੀ ਹੁੰਦੀ, ਅਤੇ ਪਤਾ ਲੱਗ ਜਾਂਦਾ ਵੀ ਕੀ ਚੀਜ਼ ਬਣੀ ਹੈ। ਹਾਂਜੀ, ਤੁਸੀਂ ਲੱਕੜ ਦੀ ਸ਼ੇਪ ਦੇਖ ਕੇ ਸੋਚ ਲੈਂਦੇ ਮੈਂ ਇਹਦਾ ਕੀ ਬਣਾਉਣਾ ਹੈ? ਇਹ ਪਹਿਲਾਂ ਸੋਚਿਆ ਜਾਂਦਾ ਵੀ ਇਹਦਾ ਕੀ ਬਣੂਗਾ। ਇਹ ਲੱਕੜ ਦੇ ਵਿੱਚੋਂ ਤਕਰੀਬਨ ਥੋੜ੍ਹਾ ਬਹੁਤਾ ਰੰਗ ਰੂਪ ਨਾ ਆਪ ਹੀ ਉਗੜ ਆਉਂਦਾ ਵੀ ਇਹ ਕੀ ਚੀਜ਼ ਬਣੂਗੀ। ਕਿ ਆਪਾਂ ਗੱਲਾਂ ਕਰਦੇ ਸੀਗੇ, ਉਹਨਾਂ ਨੇ ਦੱਸਿਆ ਸੀ ਕਿ ਕੋਈ ਤੁਹਾਨੂੰ ਆ ਕੇ ਦੱਸ ਦਿੰਦਾ ਕਿ ਬਾਈ ਜੀ ਉੱਧਰ ਲੱਕੜ ਪਈ ਹੈ, ਤੁਸੀਂ ਦੇਖ ਲਓ, ਤੁਹਾਨੂੰ ਜਿਹੜਾ ਹੈਗਾ ਇਸਤੇਮਾਲ। ਸੋ ਲੋਕਾਂ ਦਾ ਵੀ ਯੋਗਦਾਨ ਬਹੁਤ ਰਿਹਾ ਵਿੱਚ। ਹਾਂਜੀ ਹਾਂਜੀ, ਬਹੁਤ ਯੋਗਦਾਨ ਹੈ। ਮੈਨੂੰ ਕਾਫੀ ਲੱਕੜਾਂ ਪਾਸਿਓਂ ਲਿਆ ਕੇ ਲੋਕਾਂ ਨੇ ਦਿੱਤੀਆਂ, ਲਾਮਾ ਵੀ ਲਿਆਉਂਦੇ ਆ। ਮੇਰਾ ਦੋਸਤ ਆ ਜਿਹੜੀ ਮੋਹਰ ਨੇ ਬਣਾਈ ਹੈ ਬੁੱਕਣ ਵਾਲੇ ਤਾਂ ਦਿਲਬਾਗ ਸਿੰਘ ਜੀ ਨੇ, ਉਹਨਾਂ ਨੇ ਲਿਆ ਕੇ ਦਿੱਤੀ ਹੈ। ਪਹਿਲਾਂ ਤਾਂ ਪਤਾ ਨਹੀਂ ਹੁੰਦਾ ਵੀ ਉਹਨਾਂ ਨੂੰ ਆਮ ਬੰਦੇ ਨੂੰ ਪਤਾ ਲੱਗਦਾ ਕੀ ਬਣੂਗਾ, ਜਦੋਂ ਫਿਰ ਮੇਰੇ ਕੋਲ ਆਉਂਦੀ ਹੈ ਫਿਰ ਮੈਂ ਉਹਦਾ ਰੰਗ ਰੂਪ ਜੱਜ ਜਾਂਦਾ, ਉਸਦਾ ਕੁਛ ਨਾ ਕੁਛ ਬਣਾ ਦਿੰਦੇ। ਬਹੁਤ ਸਾਰੇ ਮੈਸੇਜ ਵੀ ਤੁਸੀਂ ਦਿੱਤੇ ਨੇ ਇਹਦੇ ਵਿੱਚ, ਹੈ ਨਾ, ਕਿ ਜਿਵੇਂ ਉੱਪਰ ਆਹ ਦੇਖੋ ਮੈਸੇਜ ਲਿਖਿਆ ਹੋਇਆ।
ਇਹ ਭਰੂਣ ਹੱਤਿਆ ਤੇ ਆ ਵੀ ਇਹ ਲੜਕੀ ਕੁੱਖ ਦੇ ਵਿੱਚ ਕਹਿੰਦੀ ਹੈ ਨਾਮ ਹੀ ਨਾ ਮੈਨੂੰ ਵੀ ਜੱਗ ਵੇਖ ਲੈਣ ਦੇ। ਜਿਵੇਂ ਇਹ ਤੇਜ਼ਾਬ ਵਾਲੇ ਹਮਲੇ, ਤੇਜ਼ਾਬੀ ਹਮਲੇ ਲੜਕੀਆਂ ਤੇ ਕਰ ਦਿੰਦੇ ਆ ਵੀ ਲੱਖ ਤਰੱਕੀ ਕਰ ਲਈ ਭਾਵੇਂ ਨਾਰੀ ਨੇ, ਅਤਿਆਚਾਰ ਤੇਜ਼ਾਬੀ ਹਮਲੇ ਜਾਰੀ ਨੇ, ਕੁੱਖਾਂ ਵਿੱਚੋਂ ਜੇਕਰ ਕੋਈ ਬਚ ਨਿਕਲੇ ਥਾਂ ਥਾਂ ਲਾਈ ਬੈਠੇ ਸ਼ਹਿਸ ਤੇ ਸ਼ਿਕਾਰੀ ਨੇ। ਇਸ ਤਰ੍ਹਾਂ ਵੀ ਜੇ ਕੁੜੀ ਭਰੂਣ ਹੱਤਿਆ ਤੋਂ ਬਾਜੂ ਤੇ ਉਹਨੂੰ ਹੋਰ ਬੜੀਆਂ ਸਮੱਸਿਆਵਾਂ ਸਮਾਜ ਦੇ ਵਿੱਚ ਤੇ ਜਿਨ੍ਹਾਂ ਨੂੰ ਬਚਣ ਦੀ ਲੋੜ। ਹਾਂਜੀ, ਇਸੇ ਤਰ੍ਹਾਂ ਤਾਂਤਰਿਕ ਬਾਬਿਆਂ ਤੇ ਆ, ਉਧਰ ਦਾਜ ਦੀ ਹੈਗੀ ਆ ਆਪਣਾ ਲਾਹਨਤ ਤੇ ਆ। ਉਹ ਜੋ ਲੜਕੀ ਆਹ ਬਣੀ ਹੈ ਤੇ ਇਹਦਾ ਰੰਗ ਰੂਪ ਹੈ ਤੇ ਇਹ ਅੱਖਾਂ ਦੇ ਵਿੱਚ ਹੰਝੂ ਹੈ, ਇਹ ਦਾਜ ਦੇ ਕਰਕੇ। ਭਾਵੇਂ ਰੀਝਾਂ ਲਾਲਾ ਤੋਰਿਆ ਮਾਵਾਂ ਨੇ, ਕਿਸਮਤ ਵਿੱਚ ਤਾਂ ਅਜੇ ਵੀ ਹੋ ਕੇ ਹਾਵਾਂ ਨੇ। ਇਸੇ ਤਰ੍ਹਾਂ ਤਾਂਤਰਿਕ ਬਾਬੇ ਜੋ ਆ ਚੜਾਵਾ ਚੜਾਓ ਕਸ਼ਟ ਹਟਾਓ, ਉਹਨਾਂ ਦਾ ਮਾਟੋ ਲਿਖ ਕੇ ਲਾਇਆ ਤੇ ਥੱਲੇ ਐਸਾ ਮੱਕੜ ਜਾਲ ਵਿਛਾਇਆ ਤਾਂਤਰਿਕ ਬਾਬੇ ਨੇ। ਘਰ ਘਰ ਵਿੱਚ ਭੜਥੂ ਪਾਇਆ ਤਾਂਤਰਿਕ ਬਾਬੇ ਨੇ। ਲੋਕਾਂ ਦੇ ਦੁੱਖ ਚੁਟਕੀ ਨਾਲ ਜੋ ਦੂਰ ਕਰੇ, ਆਪ ਡਾਕਟਰੀ ਇਲਾਜ ਕਰਾਇਆ ਤਾਂਤਰਿਕ ਬਾਬੇ ਨੇ। ਵੀ ਆਪ ਦਾ ਇਲਾਜ ਉਹ ਆਪ ਤਾਂ ਕਰਦੇ ਨਹੀਂ, ਉਹਦੇ ਡਾਕਟਰਾਂ ਵੱਲ ਭਜਦੇ ਆ, ਵਧੀਆ ਤੋਂ ਵਧੀਆ ਡਾਕਟਰ ਹੋਵੇ, ਭਾਵੇਂ PGI ਜਾਣਾ ਪਵੇ, ਭਾਵੇਂ CMC ਜਾਣਾ ਪਵੇ, ਤੇ ਪਰ ਲੋਕਾਂ ਨੂੰ ਕਹਿੰਦੇ ਤੁਹਾਡਾ ਭਾਵੇਂ ਕੈਂਸਰ ਤੱਕ ਹੋਵੇ ਕੁਛ ਵੀ, ਅਸੀਂ ਚੁਟਕੀ ਸਵਾਹ ਨਾਲ ਇਲਾਜ ਕਰਦੇ ਨੇ। ਸੋ ਬਿਲਕੁਲ ਜੀ, ਬਹੁਤ ਵਧੀਆ ਮੈਸੇਜ ਹੈ ਕਿਉਂਕਿ ਅੰਧ ਵਿਸ਼ਵਾਸ ਬਹੁਤ ਹੀ ਜ਼ਿਆਦਾ ਹੈ ਨਾ। ਸੋ ਬਹੁਤ ਵਧੀਆ ਮੈਸੇਜ ਹੈ ਕਿ 2 ਮਿੰਟਾਂ ਦੇ ਵਿੱਚ ਇਲਾਜ ਕਰ ਦਿੰਦੇ ਨੇ ਤੇ ਆਪਣਾ ਉਹ ਡਾਕਟਰਾਂ ਤੋਂ ਕਰਦੇ ਨੇ। ਸੋ ਸਾਰਿਆਂ ਨੂੰ ਜਿਹੜਾ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ। ਬਹੁਤ ਸੋਹਣਾ ਤੁਸੀਂ ਆਪਣੀ ਕਲਮ ਦੇ ਨਾਲ ਜਿਹੜਾ ਹੈਗਾ ਉਹਨੂੰ ਪਰੋ ਕੇ ਲਿਖਿਆ ਹੋਇਆ ਹੈ ਤੇ ਨਾਲ ਦੇ ਨਾਲ ਜਿਹੜਾ ਹੈਗੇ ਸਿੱਕੇ ਵੀ ਤੁਸੀਂ ਸਾਂਭ ਕੇ ਰੱਖੇ ਹੋਏ ਆ, ਮੈਂ ਦੇਖ ਰਹੀ ਹਾਂ। ਹਾਂਜੀ, ਇਹਦੇ ਚੋਂ ਕਾਫੀ ਸਿੱਕੇ ਅਸੀਂ ਨਿੱਕੇ ਹੁੰਦੇ, ਜਿਵੇਂ ਮੂਰੀ ਵਾਲੇ ਪੈਸੇ ਆ, ਆਨੇ ਦਵਾਨੀਆਂ, ਦੁੱਕੀਆਂ ਤਿੱਕੀਆਂ ਜੋ ਹੁਣ ਬਿਲਕੁਲ ਬੰਦ ਹੋ ਗਈਆਂ, ਇਹ ਸਾਰੀਆਂ ਸਾਡੇ ਹੱਥਾਂ ਦੇ ਵਿੱਚ ਚੱਲਦੇ ਰਹੀਆਂ। ਵਿੱਚੋਂ 1-2 ਸਿੱਕੇ ਹੀ ਆ ਜਿਹੜੇ ਮਤਲਬ ਜਿਹੜੇ ਪੁਰਾਣੇ ਚੱਲਦੇ ਰਹੇ ਨਹੀਂ, ਇਹ ਸਾਡੇ ਨਿੱਕੇ ਹੁੰਦੇ ਬਚਪਨ ਦੇ ਵਿੱਚ ਇਹ ਚੱਲਦੇ ਰਹੇ। ਬਿਲਕੁਲ ਜੀ, ਤੇ ਬਹੁਤ ਸੋਹਣਾ ਜਿਹੜਾ ਹੈਗਾ ਤੁਸੀਂ ਬਣਾਇਆ ਹੋਇਆ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੇਧ ਦਿੰਦੀਆਂ ਨੇ ਸਾਡੇ ਜੀਵਨ ਦੇ ਵਿੱਚ ਕੰਮ ਆਉਣ ਵਾਲੇ ਮੈਸੇਜ ਨੇ। ਸੋ ਤੁਸੀਂ ਬਹੁਤ ਸਾਰੀਆਂ ਲਿਖਤਾਂ ਵੀ ਲਿਖੀਆਂ ਹੋਈਆਂ ਨੇ। ਕੋਈ ਕਿਤਾਬ ਵਗੈਰਾ ਆ ਰਹੀ ਹੈ ਤੁਹਾਡੀ? ਕਿਤਾਬ ਮੈਂ ਇਸੇ ਸਾਲ 'ਚ ਪਰਮਾਤਮਾ ਕਿਰਪਾ ਕਰੇ ਤੇ ਮੇਰਾ ਇਰਾਦਾ ਵੀ ਇੱਕ ਤਾਂ ਕਿਤਾਬ ਮੈਂ ਆਪਦੀ ਵਿਰਾਸਤ ਵਾਲੀ ਕਿਤਾਬ ਉੱਧਰ ਛਪਾਵਾਂ ਵਿਰਾਸਤ ਦੇ ਵਿੱਚ। ਇੱਕ ਜਿਹੜੀਆਂ ਮੇਰੀਆਂ ਕਿਰਤਾਂ ਇਹ ਸਾਹਿਤਕ ਸਰਗਰਮੀ ਵਾਲੀ ਕਹਾਣੀਆਂ ਕਵਿਤਾਵਾਂ ਵਾਲੀ ਹੈ, ਇਹ ਛਪਾਵਾਂ। ਹੁਣ ਵੇਖੋ ਵੀ ਇਹਦੇ 'ਚੋਂ ਪਹਿਲਾ ਰੂਪ ਕਿਹੜਾ ਕਿਤਾਬ ਲੈਂਦੀ ਹੈ, ਚਲੋ ਕਿੱਧਰ ਨੂੰ ਇਹਦਾ ਧਿਆਨ ਹੁੰਦਾ ਸਾਡਾ ਜੀ। ਤੇ ਇਹ 2 ਕਿਤਾਬਾਂ ਮੇਰਾ ਮਤਲਬ ਛਪਾਉਣ ਦਾ ਇਰਾਦਾ ਹੈਗਾ ਜੀ। ਕਰਦੇ ਆ, ਅਸੀਂ ਉਮੀਦ ਕਰਦੇ ਹਾਂ ਕਿ ਜਲਦੀ ਤੁਹਾਡੀ ਕਿਤਾਬ ਆਵੇਗੀ ਤੇ ਲੋਕ ਵੀ ਤੁਹਾਨੂੰ ਪਿਆਰ ਦੇਣਗੇ। ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਜਿਹੜਾ ਆਪਣਾ ਟਾਈਮ ਦਿੱਤਾ ਸਾਨੂੰ। ਹਾਂਜੀ, ਤੁਹਾਡਾ ਵੀ ਧੰਨਵਾਦ ਜੀ। ਇੱਕ ਵਾਰ ਮੈਂ ਆਪਦਾ ਨੰਬਰ ਤੁਹਾਨੂੰ ਫੇਰ ਕਹਿੰਦਾ ਵੀ ਦਰਸ਼ਕ ਚੇਤੇ ਰੱਖ ਲੈਣ, ਜੇ ਕਿਸੇ ਨੇ ਮੇਰੇ ਨਾਲ ਸੰਪਰਕ ਕਰਨਾ ਹੋਵੇ 991443 00991। ਪਰਮਜੀਤ ਸਿੰਘ ਕੜਿਆਲ, ਪਿੰਡ ਕੜਿਆਲ, ਜ਼ਿਲ੍ਹਾ ਮੋਗਾ, ਤਹਿਸੀਲ ਧਰਮਕੋਟ। ਹਾਂਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ। ਸੋ ਜੀ ਤੁਸੀਂ ਇਹਨਾਂ ਦੇ ਨੰਬਰ ਤੇ ਵੀ ਕੰਟੈਕਟ ਕਰ ਸਕਦੇ ਹੋ ਤੇ ਫੇਸਬੁੱਕ ਤੇ ਇਹਨਾਂ ਦਾ ਪੇਜ ਵੀ ਹੈਗਾ, ਉਹਦੇ ਥਰੂ ਵੀ ਤੁਸੀਂ ਰਾਬਤਾ ਬਣਾ ਸਕਦੇ ਹੋ ਤੇ ਮਿਲ ਸਕਦੇ ਹੋ ਉਹਨਾਂ ਜੀ। ਕਿਸੇ ਵੀ ਸੱਭਿਆਚਾਰ ਵਿੱਚ ਉਸ ਦੀ ਕੌਮ ਦਾ ਪ੍ਰਤੀਬਿੰਬ ਸਾਫ਼ ਦਿਖਾਈ ਦਿੰਦਾ ਹੈ। ਜੋ ਕੌਮ ਆਪਣੇ ਸੱਭਿਆਚਾਰ ਤੋਂ, ਆਪਣੇ ਵਿਰਸੇ ਤੋਂ ਅਵੇਸਲੀ ਹੋ ਜਾਂਦੀ ਹੈ, ਉਹ ਆਪਣੀ ਪਹਿਚਾਣ ਖੋ ਬੈਠਦੀ ਹੈ। ਸੋ ਸਾਨੂੰ ਵੀ ਸਾਰਿਆਂ ਨੂੰ ਆਪਣੇ ਸੱਭਿਆਚਾਰ ਦੇ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਸਾਡਾ ਸੱਭਿਆਚਾਰ ਹੀ ਸਾਡੀ ਪਹਿਚਾਣ ਹੈ। ਕੈਮਰਾਮੈਨ ਅਮਿਤ ਖੰਨਾ ਦੇ ਨਾਲ ਮੈਂ ਜਸਪ੍ਰੀਤ ਕੌਰ, ਮੋਗਾ।